ਜਸ ਟੀਵੀ ਦੇਖ ਰਹੇ ਤੁਸੀਂ, मैं KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਮੇਰੀ ਸਰਕਾਰ, ਇਹ ਮੇਰੀ ਸਰਕਾਰ ਤੇ ਝਗੜਾ ਪੁਰਾਣਾ ਅੱਜ ਦਾ ਨਹੀਂ ਹੈਗਾ। 3 ਮਾਰਚ ਨੂੰ ਇਹ ਝਗੜਾ ਸ਼ੁਰੂ ਹੋਇਆ ਸੀ। ਉਹ ਡਾਕੂਮੈਂਟ ਹੈ ਜਿਹੜਾ ਭਾਸ਼ਣ ਸੀਗਾ ਰਾਜਪਾਲ ਨੂੰ ਜਿਹੜਾ ਉੱਥੇ ਸੰਬੋਧਨ ਕਰਨਾ ਸੀ ਬਜਟ ਇਜਲਾਸ ਵੇਲੇ, ਤੇ ਸ਼ੁਰੂਆਤੀ ਸਤਰਾਂ ਦੇ ਵਿੱਚ ਹੀ ਮੇਰੀ ਸਰਕਾਰ ਸ਼ਬਦ ਲਿਖਿਆ ਹੋਇਆ, ਪਰ ਜਦੋਂ ਬੋਲਦੇ ਆ ਉਦੋਂ ਜ਼ਿਆਦਾ ਸਮਝ ਆਊਗੀ। ਇਸ ਤੇ ਦਿੱਲੀ ਤੋਂ ਵਾਰ ਹੋਇਆ, ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਤਾਂ ਗਵਰਨਰ ਨੇ ਜਵਾਬ ਦਿੱਤਾ। ਅਸੀਂ ਇਹੀ ਪੁੱਛਾਂ ਕਿ ਮੇਰੀ ਸਰਕਾਰ ਤੇ ਝਗੜਾ ਕਿਉਂ? They have insisted that I must use the word my government. हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? मन में हेजिटेशन ही नहीं ना, मेरी सरकार है ना, आई एम गवर्नर, मेरे नाम से सारे ऑर्डर निकलते हैं ना, A to Z। एक बार नहीं 50 बार बोलता हूँ ना, मेरी सरकार है। ਮੁੱਖ ਮੰਤਰੀ ਭਗਵੰਤ ਮਾਨ ਹਰਾ ਨੇ ਕੀ ਕਿਹਾ ਸੀਗਾ ਤੇ ਰਾਜਪਾਲ बनवारी लाल पुरोहित ने ਕੀ ਜਵਾਬ ਦਿੱਤਾ, ਪਹਿਲਾਂ ਸੁਣ ਲਈਏ। हमारा राज्यपाल हमें बजट सेशन बुलाने की इजाजत नहीं दे रहा था, हमें सुप्रीम कोर्ट आना पड़ा। जी बजट सेशन बुलाने दो। सुप्रीम कोर्ट ने कहा बजट सेशन होगा, इजाजत दो। बजट सेशन के पहले 4-5 दिन पहले मंत्रिमंडल की मीटिंग होती है, जो सरकार की प्राप्तियां होती हैं, उपलब्धियां होती हैं, वो लिखकर गवर्नर को दी जाती हैं कि मेरी सरकार ने ये किया, मेरी सरकार ने ये किया। तो उसने कहा हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? कहता माई गवर्नमेंट नहीं कहूंगा। मैंने कहा जी मुझे सुप्रीम कोर्ट जाना पड़ेगा फिर दोबारा। यू हैव टू से दैट, ये मंत्रिमंडल द्वारा पास किया हुआ भाषण है, यू हैव टू रीड इट वर्ड बाय वर्ड। बोला भाई साहब फिर कौन किसको नहीं करने देता? मेरे 10 चिट्ठी के एक जवाब नहीं, कॉन्स्टिट्यूशन के खिलाफ कर रहे हैं वो। मैंने लेटर का पूछा कि लेटर का जवाब दो, तो माननीय मुख्यमंत्री जी ने क्या जवाब दिया था? उन्होंने जवाब ये दिया था कि गवर्नर आप अपना धंधा करो, मैं 3.5 करोड़ लोगों को रिप्रेजेंट करता हूँ, हैं आपकी बात का कोई जवाब आप नहीं देता। क्यों? उनमें हेजिटेशन ही नहीं ना, मेरी सरकार है ना, आई एम गवर्नर, मेरे नाम से सारे ऑर्डर निकलते हैं ना, A to Z। कैसे नहीं बोलूँगा मैं? आई हैव नो रिजर्वेशन। एक बार नहीं 50 बार बोलता हूँ ना, मेरी सरकार है। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ 'ਚ ਵੱਧਦੇ ਟਕਰਾਅ ਪਿੱਛੇ ਦਿੱਲੀ ਦਾ ਕੀ ਹੈ ਰੋਲ? ਇਸੇ ਸਵਾਲ ਤੇ ਬਹਿਸ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਹੈ ਤਾਰੀਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਪ੍ਰਣਵ ਧਵਨ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ, ਪਹਿਲੀ ਵਾਰ ਡਿਬੇਟ 'ਚ ਬੈਠ ਰਹੇ ਹੈ। ਪ੍ਰਣਵ ਧਵਨ ਤੁਹਾਡਾ ਬਹੁਤ ਸਵਾਗਤ ਹੈ। ਲੋਕੇਸ਼ ਨਾਰੰਗ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ, ਮਿਸਟਰ ਨਾਰੰਗ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਦੀਪ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਜਸਵਿੰਦਰ ਕੌਰ ਸੋਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਮੈਡਮ ਸੋਲ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਤੁਹਾਨੂੰ ਕਰਨਾ। ਪ੍ਰੋਫੈਸਰ ਮਨਜੀਤ ਸਿੰਘ, ਇਹ ਪੰਜਾਬ ਨੂੰ ਕਿਹੜੇ ਟਰੈਕ ਤੇ ਲੈ ਕੇ ਜਾਊਗਾ ਸਰ ਸਾਰਾ ਇਹ ਮਾਮਲਾ ਮੇਰੀ ਸਰਕਾਰ ਵਾਲਾ? ਪਹਿਲਾ ਸਵਾਲ। ਦੂਜਾ ਸਵਾਲ ਮੇਰਾ ਨਾਲ ਸਰ ਇਹ ਹੈ, ਇਹਦੇ ਵਿੱਚ ਦਿੱਲੀ ਦਾ ਰੋਲ ਕੀ ਹੈ? ਦੇਖੋ KP ਸਿੰਘ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਲੋਕਾਂ ਨੇ ਬੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਹੈ, ਔਰ ਉਹਦੇ ਵਿੱਚ ਵੀ ਭਗਵੰਤ ਮਾਨ ਦੇ ਚੀਫ ਮਿਨਿਸਟਰ ਬਣਨ ਨਾਲ ਲੋਕਾਂ ਨੂੰ ਕਾਫੀ ਉਤਸ਼ਾਹ ਤੇ ਕਾਫੀ ਉਮੀਦਾਂ ਤੇ ਖੁਸ਼ੀਆਂ, ਉਮੀਦਾਂ ਵੀ ਜਾਗੀਆਂ ਤੇ ਖੁਸ਼ੀ ਵੀ ਹੋਈ, ਕਿਉਂਕਿ ਉਹਨਾਂ ਦਾ ਇੱਕ ਆਪਣਾ ਤਰੀਕਾ ਹੈ ਸਾਰੀ ਗੱਲ ਨੂੰ ਪੁੱਟ ਅਪ ਕਰਨ ਦਾ, ਔਰ ਇੱਕ ਮਜ਼ਾਕੀਆ ਤਰੀਕਾ ਵੀ ਹੈ ਤੇ ਇੱਕ ਚਲੋ ਐਡਮਿਨਿਸਟ੍ਰੇਟਿਵ ਐਕਿਊਮੈਨ ਵੀ ਹੈ। ਪਰ ਜਿਸ ਢੰਗ ਨਾਲ ਪਿਛਲੇ ਸਮੇਂ ਤੋਂ ਅਸੀਂ ਸੁਣ ਰਹੇ ਹਾਂ ਉਹਨਾਂ ਨੂੰ, ਉਹ ਉਹਨਾਂ ਦੇ ਅਹੁਦੇ ਨੂੰ ਮੈਚ ਨਹੀਂ ਕਰਦਾ ਹੈ, ਬਿਲਕੁਲ ਠੀਕ ਨਹੀਂ ਲੱਗਦਾ। ਤੁਸੀਂ ਦਿੱਲੀ 'ਚ ਇਹ ਗੱਲ ਤੇ ਗਵਰਨਰ ਦੀ ਹੈ ਨਾ, ਦਿੱਲੀ 'ਚ ਕੀ ਬੋਲ ਕੇ ਆਏ ਮੋਦੀ ਸਾਹਿਬ ਨੂੰ? ਠੀਕ ਹੈ, ਸਾਨੂੰ ਨਹੀਂ ਪਸੰਦ, ਅਸੀਂ ਵੀ ਕਹਿੰਦੇ ਹਾਂ ਬਹੁਤ ਸਾਰੀਆਂ ਪਾਲਿਸੀਆਂ ਜੇ ਉਹ ਅਸੀਂ ਪਿਛਲੇ 9 ਸਾਲਾਂ ਤੋਂ ਵਿਰੋਧਤਾ ਕਰ ਰਹੇ ਹਾਂ, ਪਰ ਤੁਸੀਂ ਕਹੋਗੇ ਮੋਦੀ ਦਾ ਨਾਮ ਬਦਲ ਕੇ ਮੋਦੀ ਨਰਿੰਦਰ ਪੁਤਿਨ ਹੋ ਜਾਊਗਾ, ਜਾਂ ਤੂੰ ਇੰਟਰਨੈਸ਼ਨਲ ਰਿਲੇਸ਼ਨ ਦਾ ਬਣਿਆ ਹੋਇਆ, ਇੱਥੇ ਲੰਬੜਦਾਰ ਬਣਿਆ, ਯੂਨਾਈਟਿਡ ਨੇਸ਼ਨ ਦੇ ਵਿੱਚ ਚਲਾ ਗਿਆ ਹੋਇਆ ਕਿ ਇਹੋ ਜਿਹੀਆਂ ਗੱਲਾਂ ਕਰਦਾ। ਇੱਕ ਚੀਫ ਮਿਨਿਸਟਰ ਹੈ ਸੂਬੇ ਦਾ, ਕਿ ਮਤਲਬ ਤੁਸੀਂ ਆਪਣਾ ਮੂੰਹ ਤੇ ਦੇਖਿਆ ਕਰੋ ਖੋਲਣ ਤੋਂ ਪਹਿਲਾਂ। ਉਹੋ ਹੀ ਪੰਗਾ ਇੱਥੇ ਹੈਗਾ। ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਵਰਨਰ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਲਾਉਂਦੀਆਂ ਆਪਣੀ ਪਸੰਦੀਦਾ ਲਾਉਂਦੀਆਂ, ਔਰ ਉਹਨਾਂ ਦਾ ਕੀ ਕੰਮ ਹੈ ਇਹ ਵੀ ਆਪਾਂ ਭਲੀ ਭਾਤ ਜਾਣਦੇ ਆ ਕਿ ਸਾਰੀ ਗੱਲ ਨਹੀਂ। ਪ੍ਰੋਫੈਸਰ ਤੁਸੀਂ ਮੁੱਖ ਮੰਤਰੀ ਦੇ ਰੋਲ ਤੇ ਤਾਂ ਸਵਾਲ ਖੜੇ ਕਰਤੇ, ਗਵਰਨਰ ਸਾਹਿਬ ਦਾ ਰੋਲ ਠੀਕ ਹੈ?
ਨਹੀਂ ਗਵਰਨਰ ਸਾਹਿਬ ਦਾ ਤੇ ਮੈਂ ਦੱਸਦਾ, ਉਹ ਵੀ ਦੱਸ ਦੇਣਾ। ਹਾਂ, ਪਰ ਤੁਸੀਂ ਘੱਟੋ ਘੱਟ ਜਿਹੜਾ ਮੇਰੀ ਸਰਕਾਰ, ਮੈਂ ਉਹਨੂੰ ਕਿਹਾ, ਮੈਂ ਉੱਥੇ ਕਿਹਾ, ਮੈਂ ਕਿਹਾ ਫਿਰ ਮੈਂ ਜਾਵਾਂ ਜਾ ਕੇ, ਇਹ ਯਾਰ ਕੀ ਮਿਨਿਸਟਰ ਦੀ ਭਾਸ਼ਾ ਹੈ ਸਰ ਗਵਰਨਰ ਸਾਹਿਬ ਨੇ ਖੁਦ ਉੱਥੇ ਐਡਮਿਟ ਕੀਤਾ ਸਰ ਆਪਣੇ ਭਾਸ਼ਣ ਵਿੱਚ। ਕੀ ਆਪਣੇ ਭਾਸ਼ਣ ਵਿੱਚ ਐਡਮਿਟ ਕੀਤਾ ਗਵਰਨਰ ਸਾਹਿਬ ਨੇ ਉੱਥੇ ਵਿਧਾਨ ਸਭਾ ਦੇ ਵਿੱਚ। ਕੀ ਐਡਮਿਟ ਕੀਤਾ? ਮਾਈ ਗਵਰਨਮੈਂਟ ਨਹੀਂ ਕਹਿਣਾ, ਮੈਨੂੰ ਇਨਸਿਸਟ ਕੀਤਾ ਗਿਆ। ਨਹੀਂ ਉਹ ਚਲੋ ਉਹ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਿਸਟ ਕੀਤਾ ਗਿਆ, ਪਰ ਕੀ ਜੇ ਉਹਨਾਂ ਦੇ ਮਨ ਵਿੱਚ ਇਹ ਇੰਟੈਂਸ਼ਨ ਹੈ ਕਿ ਮਾਈ ਗਵਰਨਮੈਂਟ ਨਹੀਂ ਕਹਿਣਾ, ਤੇ ਇਹਦੇ ਨਾਲ ਵੱਡੀ ਗਲਤੀ ਕੋਈ ਗਵਰਨਰ ਦੀ ਨਹੀਂ ਆ। ਹੁਣ ਤੇ ਤੁਹਾਡੇ ਬਾਰ-ਬਾਰ ਕਹਿ ਰਹੇ ਆ, ਪ੍ਰੈਸ ਕਾਨਫਰੰਸ ਵਿੱਚ ਕਹਿ ਰਹੇ, ਤੁਹਾਡੇ ਸਾਹਮਣੇ ਕਹਿ ਰਹੇ ਆ ਕਿ ਕੋਈ ਮੈਨੂੰ ਮਰ ਜਾ ਵੀ ਸਬੂਤ ਦੇ ਦੇਣ। ਚਲੋ ਜੇ ਕਹਿੰਦੇ ਪ੍ਰੈਸ ਆਪਾਂ ਸੁਣ ਲਈਏ ਉੱਥੇ ਕਿਹਾ ਕੀ ਸੀ ਵਿਧਾਨ ਸਭਾ 'ਚ, ਆਪਾਂ ਪਹਿਲਾਂ ਸੁਣ ਲਈਏ ਫਿਰ ਆਪਾਂ ਡਿਬੇਟ ਅੱਗੇ ਵਧਾਵਾਂਗੇ। ਗਵਰਨਰ ਸਾਹਿਬ ਨੇ ਉੱਥੇ ਬਜਟ ਇਜਲਾਸ ਮੌਕੇ ਕਿਹਾ ਕੀ ਸੀਗਾ PCR, ਪਹਿਲਾਂ ਉਹ ਸੁਣਾ ਦਿਓ ਜਰਾ। नाउ आई थिंक, सुनो, they have insisted that I must use the word my government, so I am confident that after that whatever information I am asking they will submit to me. ਹਾਂਜੀ ਪ੍ਰੈਸ ਸਾਹਿਬ ਸੁਣ ਲਿਆ ਤੁਸੀਂ? ਨਹੀਂ ਕਿਤੇ ਉਹਨਾਂ ਨੇ ਹੋ ਸਕਦਾ ਹੈ, ਮੈਨੂੰ ਨਹੀਂ, ਮੈਂ ਸੁਣ ਲਿਆ ਇਹ ਗੱਲ ਕਿ ਜੇ ਉਹਨਾਂ ਨੇ ਇਸ ਸ਼ਬਦਾਂ ਦੇ ਨਾਲ ਜਿਵੇਂ ਹੈ ਕਿ ਮਾਈ ਗਵਰਨਮੈਂਟ ਨਹੀਂ ਸ਼ੁਰੂ ਕੀਤਾ ਤੇ ਗਵਰਨਰ ਦੇ ਪਾਰਟ ਦੇ ਉੱਤੇ ਇੱਕ ਕਿਸਮ ਦੀ ਗੱਲ ਦੇ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ। ਇਹ ਵੀ ਬਿਲਕੁਲ ਕਿਸੇ ਵੀ ਤਰੀਕੇ ਨਾਲ ਮਨਜ਼ੂਰ ਨਹੀਂ ਹੋ ਸਕਦੀ। ਪਰ ਮੈਂ ਦੂਜੇ ਪਾਸੇ ਗੱਲ ਕਰਦਾ ਨਾ, ਜਿਵੇਂ ਉਹ ਬਾਹਾਂ ਲਾਰ ਕੇ ਕਹਿਣਾ ਕਿ ਚੰਗਾ ਤੂੰ ਹੁੰਨਾ ਕੌਣ ਆ ਤਾਂ ਫਿਰ ਮੈਂ ਤੈਨੂੰ ਦੇਖ ਲੂੰਗਾ, ਇਹਦੇ ਨਾਲ ਕੀ ਪੰਜਾਬ ਦਾ ਭਲਾ ਹੋ ਜਾਊਗਾ, ਕੀ ਨਿਕਲੂਗਾ ਇਹਦੇ ਚੋਂ? ਮੈਂ ਕੱਲਾ ਇਦਾਂ ਨਹੀਂ ਦੱਸ ਰਿਹਾ, ਤੁਹਾਡੀ ਵਿਰੋਧਤਾ ਆ ਕਿਸੇ ਤਰੀਕੇ ਨਾਲ ਵੀ ਵਿਰੋਧਤਾ, ਪਰ ਉਹਨੂੰ ਐਕਸਪ੍ਰੈਸ ਕਰਨ ਦਾ ਕੋਈ ਤਰੀਕਾ ਤੇ ਹੋਵੇ ਨਾ। ਉਹ ਗਲੀਆਂ ਮਹੱਲਿਆਂ ਦੇ ਵਿੱਚ ਜਿਸ ਤਰ੍ਹਾਂ ਲੋਕ ਲੜਦੇ ਆ ਉਸ ਤਰੀਕੇ ਦਾ ਥੋੜੀ ਹੋਊਗਾ ਅਸੈਂਬਲੀ ਦੇ ਵਿੱਚ। ਚਲੋ ਠੀਕ ਹੈ ਪ੍ਰੈਸ ਵਾਪਸ ਆ ਜਾਊਗਾ। ਪ੍ਰਣਵ ਧਵਨ, ਮੁੱਖ ਮੰਤਰੀ ਸਾਹਿਬ ਜਿੱਦਾਂ ਰੈਕਟ ਕਰਦੇ ਪਏ ਆ, ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਵੀ ਇਦਾਂ ਰੈਕਸ਼ਨ ਨਹੀਂ ਉਹਨਾਂ ਨੂੰ ਕਰਨਾ ਚਾਹੀਦਾਗਾ। ਚੁਣੀ ਹੋਈ ਸਰਕਾਰ ਹੈ, ਠੀਕ ਹੈ ਗੱਲ, ਪਰ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ। केपी जी, मैं आप पहले तो जस्ट पंजाबी देख रहे दर्शकों और साथी पैनलिस्टां ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੱਲ ਇਦਾਂ ਹੈ, ਮੈਂ ਆਪ ਦੀ ਗੱਲ ਨਾਲ ਦੋ ਸ਼ਬਦਾਂ ਨਾਲ ਸ਼ੁਰੂ ਕਰਾਂਗਾ। ਹੋ ਰਿਹਾ ਹੈ ਕਤਲ ਸੰਵਿਧਾਨ ਦਾ, ਪੂਰਾ ਸਿਸਟਮ ਹੈ ਮੌਨ, ਕਾਤਿਲ ਹੀ ਥਾਣੇਦਾਰ ਹੈ, ਰਪਟ ਲਿਖੇਗਾ ਕੌਣ। ਜੀ ਬਿਲਕੁਲ ਤੁਸੀਂ ਸਹੀ ਸੁਣਿਆ। ਮੈਂ ਗੱਲ ਸਤਿਕਾਰਯੋਗ ਪੰਜਾਬ ਦੇ ਗਵਰਨਰ ਜਿਹੜੇ ਸਾਡੇ ਬਨੋਰੀਲਾਲ ਪੁਰੋਹਿਤ ਜੀ, ਉਹਨਾਂ ਦੀ ਗੱਲ ਕਰ ਰਹੇ ਹਾਂ। ਤੁਸੀਂ ਦੇਖੋ ਅੱਜ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਆਰਟੀਕਲ 154 ਜਿਹੜੀ ਸੂਬੇ ਦੇ ਅੱਜ ਗਵਰਨਰ ਨੂੰ ਕਿਹੜੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ, ਉਹਨਾਂ ਨੂੰ ਇਹ ਸ਼ਕਤੀਆਂ ਪ੍ਰਦਾਨ ਕਰਦਾ ਹੈ ਕਿ ਜੋ ਕਾਰਜਕਾਰੀ ਸ਼ਕਤੀਆਂ ਹੁੰਦੀਆਂ ਸੂਬੇ ਦੀਆਂ ਉਦੋਂ ਤੱਕ ਪਹੁੰਚਣ। ਲੇਕਿਨ ਅੱਜ ਸੰਵਿਧਾਨ ਦੀ ਉਲੰਘਣਾ ਹੋ ਰਹੀ ਹੈ। ਅੱਜ ਸਭ ਤੋਂ ਪਹਿਲੇ ਆਪਣੇ ਅਧਿਕਾਰ ਦੀ ਦੁਰਵਰਤੋਂ ਕੌਣ ਕਰ ਰਹੇ ਨੇ? ਸਾਡੇ ਸਤਿਕਾਰਯੋਗ ਗਵਰਨਰ ਸਾਹਿਬ ਪੁਰੋਹਿਤ ਜੀ ਕਰ ਰਹੇ ਨੇ। ਤੁਸੀਂ ਦੇਖੋ ਇਹ ਕੱਲ ਕੌਣ ਕਹਿ ਰਿਹਾ ਹੈ, ਸ਼ਬਦ ਕੌਣ ਕਹਿ ਰਿਹਾ ਹੈ ਕਿ ਮੈਂ ਇਜਾਜ਼ਤ ਮੰਗੀ? ਇਹ ਸ਼ਬਦ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ। ਉਹਨਾਂ ਨੇ ਕੀ ਕਿਹਾ ਕਿ ਮੈਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਜਾਜ਼ਤ ਮੰਗੀ, ਜਿਹੜਾ ਬਜਟ ਸੈਸ਼ਨ ਆਣਾ ਹੈ, ਔਰ ਉਹਦੇ ਤੇ ਉਹ ਕੀ ਕਹਿੰਦੇ ਨੇ ਕਿ ਮੈਂ ਜਿਹੜੇ ਤੁਹਾਡੇ ਕਾਉਂਸਲ ਆਫ ਮਿਨਿਸਟਰ ਨੇ ਜੋ ਵੀ ਉਹਦੇ ਵਿੱਚ ਆਪਣੀ ਉਪਲਬਧੀਆਂ ਗਰਾਣੀਆਂ ਤੇ ਮੈਂ ਮਾਈ ਗਵਰਨਮੈਂਟ ਨਹੀਂ ਕਵਾਂਗਾ। क्या ਭਾਰਤ ਦਾ ਹਿੱਸਾ ਪੰਜਾਬ ਨਹੀਂ ਹੈਗਾ? ਮੈਨੂੰ ਇਸ ਗੱਲ ਦਾ ਜਵਾਬ ਅੱਜ ਭਾਜਪਾ ਦੇ ਇੱਥੇ ਬੁਲਾਰੇ ਬੈਠੇ ਨੇ ਉਹ ਦੇ ਦੇਣ। ਇਹ ਗੱਲ ਸਪਸ਼ਟ ਕਰਨ ਅੱਜ ਕਿ ਕਿਆ ਪੰਜਾਬ ਦੇ ਲੋਕ ਭਾਰਤ ਦੇ ਲੋਕ ਨਹੀਂ ਹੈਗੇ? ਦੂਸਰੀ ਗੱਲ ਦਾ ਮੇਰਾ ਇੱਕ ਜਵਾਬ ਲੈ ਲਓ, ਔਰ ਇਹ ਇੱਕ ਰਾਜ ਦੇ ਵਿੱਚ ਨਹੀਂ ਹੋ ਰਿਹਾ। ਮੈਂ ਤੁਹਾਨੂੰ ਵੱਖਰੇ ਵੱਖਰੇ ਸੂਬਿਆਂ ਦੇ ਨਾਂ ਗਿਣਾਣਾ ਜਿਹੜੇ ਵੱਖਰੇ ਵੱਖਰੇ ਮੁੱਖ ਮੰਤਰੀਆਂ ਨੇ ਇਹ ਗੱਲ ਕਹੀ ਹੈ। ਜੇ ਤੁਸੀਂ ਗੱਲ ਕਰੋ ਝਾਰਖੰਡ ਦੇ ਸੀਐਮ हेमंत सोरेन जी ने भी यही कंप्लेंट की थी। जे तुसी गल करो तमिलनाडु में यही हालात होए, स्टालिन साहब ने भी यही गल की थी, आपके गवर्नर दी उन्होंने गल की थी, और ये वक्रे वक्रे वेस्ट बंगाल च भी यही होया, केरला च भी यही होया। सो दिल्ली तो लैके तेलंगाना विच इक्को ही चीज हो रही है, तानाशाही। और तानाशाही कौन कर रही है? केंद्र विच बैठी भाजपा सरकार तानाशाही कर रही है। आप दे ਅੱਜ ਗਵਰਨਰ ਲਾਏ ਜਾਂਦੇ ਨੇ, ਔਰ ਖਾਸ ਕਰਕੇ ਉਸ ਸੂਬਿਆਂ ਵਿੱਚ ਲਾਏ ਜਾਂਦੇ ਨੇ ਜਿੱਥੇ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਨਹੀਂ ਗੀ। ਉੱਥੇ ਆਪ ਦੇ ਅਧਿਕਾਰਾਂ ਦੀ ਦੁਰਵਰਤੋਂ ਹੁੰਦੀ ਹੈ। ਔਰ ਜੇ ਮੈਂ ਗੱਲ ਕਰਾਂ ਸੂਬੇ ਦੇ ਜਿਹੜੀ ਚੁਣੀਆਂ ਹੋਈਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਉਲੰਘਣਾ ਕੀਤੀ ਜਾਂਦੀ ਹੈ, ਉਹਨਾਂ ਦੇ ਡਿਸੀਜਨਸ ਦੀ ਉਲੰਘਣਾ ਕੀਤੀ ਜਾਂਦੀ ਹੈ, ਸਿਰਫ ਖਰਾਬ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਔਰ ਇਹ ਮੈਂ ਨਹੀਂ ਕਹਿ ਰਿਹਾ, और मैं एक गल्ला वक-वक पार्टियां ने कही ने, शिवसेना ने कही है, महाराष्ट्र विच कांग्रेस ने कही है, एनसीपी ने कही है, किस तरह संविधान दियां तजियां उड़ा के सवेरे 5 बजे शपथ दिलाई जाती है। अजीत पवार ਮੈਨੂੰ ਇੱਕ ਚੀਜ਼ ਦੱਸ, ਮੈਨੂੰ ਇੱਕ ਚੀਜ਼ प्रणव जी सर ਤੁਸੀਂ ਬਹੁਤ ਲੰਬਾ ਭਾਸ਼ਣ देता सर, सुन लो ना सर, सवाल भी सुन लिया करो सर, ਇਹ ਸਰ ਸਿਆਸੀ ਸਟੇਜ ਨਹੀਂ ਹੈਗੀ ਸਰ, ਸਵਾਲ ਸੁਣ ਲਓ। प्रणव जी मेरा सवाल ਇਹ ਹੈ ਜਿਹੜੇ ਮੁੱਖ ਮੰਤਰੀ ਤੁਸੀਂ ਜ਼ਿਕਰ ਕੀਤਾ ਕਿ ਉਹ ਮੁੱਖ ਮੰਤਰੀਆਂ ਨੇ ਇਦਾਂ ਹੀ ਸੰਬੋਧਨ ਕੀਤੇ ਆ ਗਵਰਨਰ ਨੂੰ ਜਾਂ ਨਹੀਂ ਕੀਤੇ? ਜੋ ਗਵਰਨਰ ਸਾਹਿਬ ਨੇ ਇੱਥੇ ਕਿਹਾ ਕਿ ਧੰਦੇ ਵਾਲਾ ਸ਼ਬਦ ਵਰਤਿਆ ਜਾਂ ਹੋਰ 50 ਸ਼ਬਦ ਉਹਨਾਂ ਨੇ ਗਿਣਾਏ ਆ। ਪ੍ਰਣਵ ਜੀ ਮੇਰਾ ਸਵਾਲ ਹੈ। ਕੇਪੀ ਜੀ ਮੈਨੂੰ ਇੱਕ ਗੱਲ ਦੱਸੋ,
ਜਦ ਹੱਥ ਜੋੜ ਕੇ ਗੁਜ਼ਾਰਾ ਨਹੀਂ ਹੈਗਾ ਤਾਂ ਹੱਥ ਖੋਲਣੇ ਤਾਂ ਪੈਣਗੇ। ਅੱਜ ਤੁਸੀਂ ਦੇਖੋ ਪੰਜਾਬ ਦੇ ਹੱਕਾਂ ਦੀ ਮੰਗ ਕਰ ਰਹੇ ਹੈ ਸਾਡੇ ਮਾਨਯੋਗ ਮੁੱਖ ਮੰਤਰੀ, ਬਾਰ-ਬਾਰ ਗੁਰੇਜ਼ ਸਰ ਮੈਂ ਸਵਾਲ ਜਿਹੜਾ ਕਰ ਰਿਹਾ ਪ੍ਰਣਵ ਜੀ, ਮੈਨੂੰ ਉਹਦਾ ਸਵਾਲ ਦਾ ਜਵਾਬ ਦੇ ਸਕਦੇ ਹੋ ਤਾਂ ਕੋਈ ਚੱਕਰ ਨਹੀਂ ਸਰ, ਜਨਨੇ ਦਾ ਪਾਸ ਕਰ ਦੋ ਸਵਾਲ, ਕੋਈ ਦਿੱਕਤ ਨਹੀਂ ਸਰ। ਪਰ ਸਰ ਮੈਨੂੰ ਇੱਕ ਮਿੰਟ ਸਰ ਸੁਣ ਲਓ ਸਰ, ਸਵਾਲ ਸੁਣ ਲਓ, ਦੁਬਾਰਾ ਦੁਹਰਾ ਰਿਹਾ ਸਰ, ਸਵਾਲ ਸੁਣ ਲਓ ਸਰ, ਠਰਮਾ ਰੱਖੋ ਸਰ, ਕੋਈ ਗੱਲ ਨਹੀਂ, ਆਪਾਂ ਇੱਥੇ ਬੈਠੇ ਕਿਤੇ ਨਹੀਂ ਜਾਂਦੇ ਸਰ। ਪ੍ਰਣਵ ਜੀ ਮੇਰਾ ਸਵਾਲ ਇਹ ਹੈ ਕਿ ਜੋ ਮੁੱਖ ਮੰਤਰੀ ਤੇ ਗਵਰਨਰ ਦੇ ਵਿਚਾਲੇ ਭਾਸ਼ਾ ਦਾ ਆਦਾਨ ਪ੍ਰਦਾਨ ਹੋ ਰਿਹਾ ਕਿ ਬਾਕੀ ਸੂਬਿਆਂ ਵਿੱਚ ਵੀ ਇਦਾਂ ਹੋਇਆ ਜਾਂ ਨਹੀਂ ਸਰ, ਮੈਨੂੰ ਉਹ ਦੱਸ ਦਿਓ ਪ੍ਰਣਵ ਜੀ। ਪਹਿਲੇ ਤਾਂ ਮੈਂ ਆਪ ਇਹ ਗੱਲ ਕਹਿੰਦਾ ਹੈ, ਬੜੀ ਨਿੰਦਨਯੋਗ ਗੱਲ ਹੈ ਕਿ ਜਿਸ ਤਰ੍ਹਾਂ ਦੀ ਪਰਿਭਾਸ਼ਾ ਦਾ ਅੱਜ ਇਹ ਇਸਤੇਮਾਲ ਸਾਡੇ ਸਤਿਕਾਰਯੋਗ ਗਵਰਨਰ ਦੁਆਰਾ ਕੀਤਾ ਗਿਆ, ਠੀਕ ਹੈ, ਪੰਜਾਬ ਦੇ ਲੋਕਾਂ ਦੀ ਪਿੱਠ ਤੇ ਛੁਰਾ ਮਾਰਨ ਦਾ ਕੰਮ ਕੀਤਾ ਗਿਆ, ਉਹ ਨਿੰਦਨਯੋਗ ਹੈ। ਲੇਕਿਨ ਤੁਸੀਂ ਦੇਖੋ ਜਿਹੜੇ ਲੋਕਾਂ ਦੁਆਰਾ ਚੁਣੇ ਗਏ ਮੁੱਖ ਮੰਤਰੀ ਨੂੰ ਜੇ ਇਹ ਅਧਿਕਾਰ ਨਹੀਂ ਕਿ ਆਪ ਦੇ ਲੋਕਾਂ ਦੀ ਗੱਲ ਕਰ ਸਕਣ। ਚਲੋ ਮੈਂ ਛੋਟਾ ਬ੍ਰੇਕ ਲੈਣਾ ਸਰ, ਮੈਂ ਛੋਟਾ ਬ੍ਰੇਕ ਲੈ ਲਵਾਂ ਸਰ, ਮੈਂ ਬ੍ਰੇਕ ਲੈ ਲਵਾਂ, ਛੋਟਾ ਬ੍ਰੇਕ ਲੈ ਲਵਾਂ। ਮੇਰੀ ਸਰਕਾਰ ਵਾਰ ਪਲਟਵਾਰ ਜੇ ਸਵਾਲ ਹੈ ਪੰਜਾਬ ਦਾ ਸਵਾਲ ਕਿਉਂ ਨਹੀਂ ਕੀਤਾ ਜਾ ਰਿਹਾ, ਪੰਜਾਬ ਨੂੰ ਕੋਈ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਸਵਾਲ ਇਹੀ ਹੈ। ਵਾਪਸ ਆ ਰਹੇ They have insisted that I must use the word my government. हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? मन में हेजिटेशन ही नहीं ना, मेरी सरकार है ना, आई एम गवर्नर, मेरे नाम से सारे ऑर्डर निकलते हैं ना A to Z, एक बार नहीं 50 बार बोलता हूँ ना, मेरी सरकार है। ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ 'ਚ ਵਾਧੇ ਟਕਰਾਅ ਪਿੱਛੇ ਦਿੱਲੀ ਦਾ ਕੀ ਹੈ ਰੋਲ? ਲਕੇਸ਼ ਨਾਰਾਇਣ ਸਾਹਿਬ, ਜੋ ਗਵਰਨਰ ਸਾਹਿਬ ਕਹਿ ਰਹੇ ਆ ਕਿ ਰਿਕਾਰਡ ਲਿਆ ਕੇ ਦਿਓ, ਸਰ ਰਿਕਾਰਡ ਕੀ ਲਿਆ ਕੇ ਦੇਈਏ ਦੱਸੋ ਨਾਰਾਇਣ ਸਾਹਿਬ, ਕੀ ਰਿਕਾਰਡ ਮੰਗਦੇ ਹੋ? ਦੇਖੋ ਕੇਪੀ ਦੀ ਗੱਲ ਇਹ ਆ ਕਿ ਮੈਂ ਪ੍ਰਣਵ ਜੀ ਨੂੰ ਸੁਣ ਰਿਹਾ ਸੀਗਾ, ਉਹਨਾਂ ਨੇ ਆਰਟੀਕਲ 154 ਤਾਂ ਦੱਸ ਦਿੱਤਾ ਪਰ ਆਰਟੀਕਲ 163, 166, 167 ਬਾਰੇ ਕੁਝ ਨਹੀਂ ਬੋਲੇ। ਜਿਹੜਾ ਗਵਰਨਰ ਹੈ ਹੀ ਇਜ਼ ਦੀ ਕਸਟੋਡੀਅਨ ਆਫ ਦੀ ਸਟੇਟ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਮੁੱਖ ਮੰਤਰੀ ਚੁਣਿਆ ਹੋਇਆ, ਉਹਦੀ ਪਾਵਰਾਂ ਵੱਖਰੀਆਂ ਨੇ, ਪਰ ਜੋ ਸਾਡਾ ਸੰਵਿਧਾਨ ਹੈ ਉਹਨੇ ਸੰਵਿਧਾਨ ਦੇ ਮੁਤਾਬਕ ਜਿਹੜਾ ਮੁੱਖ ਮੰਤਰੀ ਆ ਰਾਜਪਾਲ ਨੂੰ ਜਵਾਬ ਦੇਣ ਲਈ ਉੱਤਰਦਾਈ ਹੈ। ਜੇ ਕੋਈ ਸਵਾਲ ਪੁੱਛੇ ਤਾਂ ਪ੍ਰਣਵ ਜੀ ਆਰਟੀਕਲ 167 ਪੜ੍ਹੋ, ਉਹਦੇ 'ਚ ਲਿਖਿਆ ਕਿ ਮੁੱਖ ਮੰਤਰੀ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਹੁਣ ਗਵਰਨਰ ਸਾਹਿਬ ਜੇ ਤੁਹਾਡੇ ਕੋਲ ਕਟਾਰੂ ਚੱਕ ਤੇ ਕਹਿੰਦੇ ਨੇ ਵੀ ਇਨਫੋਰਮੇਸ਼ਨ ਦਿਓ, ਉਹਨੂੰ ਤੇ ਕਾਰਵਾਈ ਕਰੋ, ਉਦੋਂ ਤਾਂ ਤੁਹਾਡੇ ਮੁੱਖ ਮੰਤਰੀ ਸਾਹਿਬ ਕੋਲ ਚਿੱਠੀ ਸ਼ਾਇਦ ਦਿਖਦੀ ਨਹੀਂ ਜਾਂ ਦਿਖੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਤੇ ਜਿਹੜੀ ਕੋਈ ਭਾਸ਼ਾ 4 ਮਹੀਨੇ ਪੁਰਾਣੀ ਸੀ ਜਿਹਦੇ ਤੇ ਸੁਪਰੀਮ ਕੋਰਟ ਨੇ ਦੋਨਾਂ ਨੂੰ ਕਿਹਾ ਸੀ, ਮੈਨੂੰ ਇਹ ਕਹਿਣ 'ਚ ਕੋਈ ਹੈਜ਼ੀਟੇਸ਼ਨ ਨਹੀਂ ਕੇਪੀ ਜੀ, ਸੁਪਰੀਮ ਕੋਰਟ ਨੇ ਦੋਨਾਂ ਨੂੰ ਕਿਹਾ ਸੀਗਾ ਕਿ ਦੋਨਾਂ ਨੂੰ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ। ਔਰ ਜੋ ਆਪਾਂ ਸ਼ਬਦਾਂ ਦੀ ਮਰਿਆਦਾ ਅੱਜ ਦੇਖ ਰਹੇ ਨਾ ਕੇਪੀ ਜੀ, ਇਹ 'ਚ ਭਗਵੰਤ ਮਾਨ ਸਾਹਿਬ ਦਾ ਕਸੂਰ ਨਹੀਂ ਆ, ਇਹ 'ਚ ਅਸੀਂ ਕਸੂਰਵਾਰ ਪੰਜਾਬ ਦੀ ਜਨਤਾ ਵਾ, ਜਿਹਨੇ ਇੱਕ ਨੁਟੰਕੀ ਵਾਲੇ ਨੂੰ ਜਿਹੜਾ ਕਿ ਮਰਾਸੀ ਦੇ ਰੋਲ ਕਰਦਾ ਸੀ, ਭਾਂਡ ਦੇ ਰੋਲ ਕਰਦਾ ਸੀ। ਇੱਕ ਮਿੰਟ ਨਾਰਾ ਸਾਹਿਬ, ਇੱਕ ਮਿੰਟ ਨਾਰਾ ਸਾਹਿਬ, ਜਦੋਂ ਆਪਾਂ ਨਾਰਾ ਸਾਹਿਬ ਇੱਕ ਮਿੰਟ ਸੁਣ ਲਓ ਸਰ, ਨਾਰਾ ਸਾਹਿਬ ਇੱਕ ਮਿੰਟ ਸਰ, ਆਪਾਂ ਭਾਸ਼ਾ ਦੀ ਮਰਿਆਦਾ ਦਾ ਧਿਆਨ ਰੱਖੀਏ ਸਰ। ਦੂਜਾ ਸਵਾਲ ਮੇਰਾ, ਇੱਕ ਮਿੰਟ ਮਿਸਟਰ ਪ੍ਰਣਵ ਪਲੀਜ਼, ਇਦਾਂ ਨਾ ਕਰੋ ਪਲੀਜ਼, ਪਹਿਲੇ ਮੇਰੇ ਸਵਾਲ ਸੁਣ ਲਓ। ਨਾਰਾਇਣ ਸਾਹਿਬ, ਦੂਜੀ ਗੱਲ ਇਹ ਹੈ ਤੁਸੀਂ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਵੋਟਰਾਂ ਦਾ ਅਪਮਾਨ ਕਰ ਰਹੇ ਹੋ ਇਹ ਗੱਲ ਕਹਿ ਕੇ ਸਰ। ਨਾਰਾਇਣ ਸਾਹਿਬ, ਮੈਂ ਕੇਪੀ ਜੀ ਇਹ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਆ ਕਿ ਅਸੀਂ ਇੱਕ ਐਸੇ ਬੰਦੇ ਨੂੰ ਚੁਣ ਲਿਆ ਜਿਹੜਾ ਕਿ ਨੁਟੰਕੀ ਦੇ ਔਰ ਦੂਸਰੇ ਜਿਹੜੇ ਮਰਾਸੀਆਂ ਵਾਲੇ ਰੋਲ ਸੀ ਉਹ ਕਰਦਾ ਸੀਗਾ। ਐਸਾ ਜਦੋਂ ਬੰਦਾ ਮੁੱਖ ਮੰਤਰੀ ਦੀ ਕੁਰਸੀ ਦੇ ਬੈਠ, ਨਾਰਾਇਣ ਸਾਹਿਬ ਫਿਰ ਆਪਾਂ ਉਸੇ ਭਾਸ਼ਾ ਤੇ ਆ ਗਏ ਸਰ। ਨਾਰਾਇਣ ਸਾਹਿਬ ਬੋਲੋ, ਪ੍ਰਣਵ ਜੀ ਬੋਲੋ ਪ੍ਰਣਵ ਜੀ ਬੋਲੋ, ਇੱਕ ਮਿੰਟ ਨਾਰਾਇਣ ਸਾਹਿਬ। ਹਾਂ ਮਿਸਟਰ ਪ੍ਰਣਵ, ਅਸੀਂ ਲੋਕਾਂ ਦੁਆਰਾ ਚੁਣੇ ਗਏ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਇੱਜ਼ਤ ਦੀ ਮਰਿਆਦਾ ਰੱਖੀਏ, ਅਸੀਂ ਸੰਵਿਧਾਨ ਦੀ ਮਰਿਆਦਾ ਰੱਖੀਏ। ਤੁਸੀਂ ਸਤਿਕਾਰਯੋਗ ਜੇ ਆਪ ਦਾ ਸਤਿਕਾਰ ਕਰਾਉਣਾ ਚਾਹੁੰਦੇ ਹੋ, ਦੂਜੇ ਦਾ ਸਤਿਕਾਰ ਕਰਨਾ ਸਿੱਖੋ। ਨਾਰਾਇਣ ਸਾਹਿਬ ਇੱਕ ਗੱਲ ਜਵਾਬ ਦਿੰਦਾ ਦੇ ਦਿਓ, ਨਾਰਾਇਣ ਸਾਹਿਬ ਜਵਾਬ ਦੇ ਦਿਓ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਇੱਕ ਮਿੰਟ ਰੁਕ ਜਾਓ ਪ੍ਰਣਵ ਜੀ, ਹੁਣ ਰੁਕ ਜਾਓ ਪ੍ਰਣਵ ਜੀ, ਰੁਕ ਜਾਓ, ਤੁਹਾਡੀ ਗੱਲ ਆ ਗਈ ਪ੍ਰਣਵ ਜੀ, ਤੁਹਾਡੇ ਨਾਰਾਇਣ ਸਾਹਿਬ ਪਲੀਜ਼, ਨਾਰਾਇਣ ਸਾਹਿਬ ਮੇਰੀ ਗੁਜ਼ਾਰਿਸ਼ ਹੈ, ਇਹ ਮੇਰਾ ਫਰਜ਼ ਬਣਦਾ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੇ ਰੋਕਣਾ, ਭਾਸ਼ਾ ਦੀ ਮਰਿਆਦਾ ਦਾ ਧਿਆਨ ਰੱਖੋ ਸਰ, ਮੇਰੀ ਬੇਨਤੀ ਹੈ। ਇੱਕ ਮਿੰਟ ਪ੍ਰਣਵ ਜੀ, ਇੱਕ ਮਿੰਟ ਸਰ, ਮੈਂ ਕਹਿ ਰਿਹਾ ਸਰ ਪ੍ਰਣਵ ਜੀ, ਮੈਂ ਕਹਿ ਰਿਹਾ ਨਾ ਸਰ। ਮੈਂ ਜਵਾਬ ਦੇ ਰਿਹਾ, ਮੈਂ ਕਿਉਂ ਇਹ ਗੱਲ ਕਹਿ ਰਿਹਾ ਕਿ ਜਦੋਂ ਤੱਕ ਕੇਜਰੀਵਾਲ ਸਾਹਿਬ ਦਿੱਲੀ 'ਚ ਕਹਿਣ ਕਿ ਅਸੀਂ ਘੱਟ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਬਣਾਤਾ, ਜਿਹੜਾ ਕਦੀ ਨੋਟ ਬਦਲ ਦਿੰਦਾ, ਕਦੀ ਆਹ ਕਰ ਦਿੰਦਾ, ਘੱਟ ਪੜ੍ਹਿਆ ਲਿਖਿਆ ਬਣਾਇਆ ਤਾਂ ਅਸੀਂ ਭੁਗਤ ਰਹੇ ਆ। ਅਸੀਂ ਪੰਜਾਬ 'ਚ ਉਹੀ ਗੱਲ ਕਹਿ ਰਹੇ ਆ ਕਿ ਇੱਕ ਐਸਾ ਬੰਦਾ ਜਿਹੜਾ ਕਿ ਸਟੇਜ ਦਾ ਕਲਾਕਾਰ ਸੀਗਾ, ਜਿਹੜਾ ਆਰਟਿਸਟ ਸੀਗਾ, ਉਹਨੂੰ ਰਾਜਨੀਤੀ ਦਾ ਕੋਈ ਤਜਰਬਾ ਨਹੀਂ ਸੀ, ਉਹ ਵੱਖਰੇ ਵੱਖਰੇ
ਰੋਲ ਕਰਕੇ ਆਂਦਾ ਸੀ। ਜੇ ਰੋਲ ਕਰਨ ਵਾਲਾ ਬੰਦਾ ਆਪਾਂ ਇੱਕਦਮ ਮੁੱਖ ਮੰਤਰੀ ਬਣਾਤਾ ਤੇ ਉਹਦੇ ਤੋਂ ਆਪਾਂ ਐਸੀ ਭਾਸ਼ਾ ਦਾ ਇਸਤੇਮਾਲ ਹੁੰਦੇ ਰੋਜ਼ ਦੇਖਾਂਗੇ, ਕਿਉਂਕਿ ਉਹਨੂੰ ਭਾਸ਼ਾ 'ਚ ਪਤਾ ਹੀ ਨਹੀਂ ਹੈ ਵੀ ਕਿਹੜੇ ਬੰਦੇ ਨਾਲ ਕਿਹੜੇ ਇੱਜ਼ਤ ਨਾਲ ਗੱਲ ਕਰਨੀ ਹੈ, ਕਿਹਦੇ ਨਾਲ ਨਹੀਂ ਕਰਨੀ। ਚਲੋ ਠੀਕ ਹੈ। ਮਿਸਟਰ ਖੜਿਆਲ, ਜਿਹੜੀ ਭਾਸ਼ਾ ਦਾ ਇਸਤੇਮਾਲ ਸਾਡੇ ਸਟੂਡੀਓ 'ਚ ਵੀ ਹੋ ਰਿਹਾ ਹੈ ਤੇ ਜਿਹੜੀ ਭਾਸ਼ਾ ਦਾ ਇਸਤੇਮਾਲ ਮੰਚਾਂ ਤੋਂ ਹੋ ਰਿਹਾ ਹੈ, ਪ੍ਰੈਸ ਕਾਨਫਰੰਸ 'ਚ ਹੋ ਰਿਹਾ ਹੈ, ਖੜਿਆਲ ਸਾਹਿਬ ਆਪਾਂ ਜਾ ਕਿੱਧਰ ਨੂੰ ਰਹੇ ਹਾਂ? ਦੇਖੋ, ਬਹੁਤ ਹੀ ਮੰਦਭਾਗੀ ਗੱਲ ਹੈ ਕਿ 2 ਸਟੇਟਾਂ ਆਮ ਆਦਮੀ ਪਾਰਟੀ ਕੋਲੇ ਪੂਰੇ ਦੇਸ਼ ਦੇ ਵਿੱਚ, ਤੇ ਦੋਵਾਂ ਸਟੇਟਸ ਦੇ ਵਿੱਚ ਹੀ ਆਊਟ ਆਫ ਆਲ ਦ ਸਟੇਟਸ ਇਨ ਇੰਡੀਆ ਟਸਲ ਹੈ ਸਰਕਾਰ ਦੇ ਵਿੱਚ ਤੇ ਗਵਰਨਰ ਸਾਹਿਬ ਦੇ ਵਿੱਚ। ਇਥੋਂ ਕੇਪੀਜੀ ਇੱਕ ਪੈਟਰਨ ਝਲਕਦਾ ਹੈ ਆਮ ਆਦਮੀ ਪਾਰਟੀ ਦੇ ਅਹੰਕਾਰ ਦਾ, ਇਹਨਾਂ ਦੀ ਐਰੋਗੈਂਸ ਦਾ। ਦੂਜਾ ਪੈਟਰਨ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਕਨਸਟੀਟਿਊਸ਼ਨਲ ਪੋਸਟ ਨੂੰ ਅੰਡਰਮਾਈਨ ਕਰ ਰਹੀ ਹੈ। ਤੀਜਾ ਪੈਟਰਨ ਝਲਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਦੇ ਨਾਲ ਟੈਂਡਮ 'ਚ ਇਕੱਠੇ ਕੰਮ ਕਰਕੇ ਰਾਜ਼ੀ ਨਹੀਂ ਹੈ, ਆਪਦੇ ਤਾਨਾਸ਼ਾਹ ਤਰੀਕੇ ਨਾਲ ਸਭ ਕੁਝ ਚਲਾਉਣਾ ਚਾਹੁੰਦੀ ਹੈ। ਇਹ ਪੈਟਰਨ ਹੈ ਹਿਸਟਰੀ ਦਾ। ਬਿਕੋਜ਼ ਦੇਖਿਆ ਹੋਊਗਾ। ਅੱਛਾ ਕੇਪੀਜੀ, ਮੇਰੀ ਰਿਕੁਐਸਟ ਹੈ, ਡਿਸਟਰਬੈਂਸ ਬਹੁਤ ਹੈ, ਮੇਰੇ ਫੈਲੋ ਪੈਨਲਿਸਟ ਕਾਈਂਡਲੀ ਮਿਊਟ ਕਰ ਲੈਣ। ਓਕੇ। ਤੇ ਤੁਸੀਂ ਪੈਟਰਨ ਦੇਖਿਆ ਹੋਊਗਾ ਦੇਸ਼ ਦੇ ਵਿੱਚ, ਹੋਰ ਕਿਸੇ ਸੂਬੇ ਦੇ ਵਿੱਚ ਰੇਅਰਲੀ ਇਹ ਜੇ ਟਸਲ ਕੰਟੀਨਿਊਅਸਲੀ ਕੰਸੈਕੂਟਿਵਲੀ ਹੁੰਦੇ ਦਿਖਣਗੇ ਤੁਹਾਨੂੰ। ਪ੍ਰੋਬਲਮ ਇੱਥੇ ਕੇਪੀਜੀ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਡਰਮਾਈਨ ਕਰ ਰਹੀ ਹੈ ਕਨਸਟੀਟਿਊਸ਼ਨ ਆਫ ਇੰਡੀਆ ਨੂੰ। ਕਿਵੇਂ? ਜਦੋਂ ਇਹ ਸੁਪਰੀਮ ਕੋਰਟ ਗਏ, ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਸਾਹਿਬ ਨੇ ਇਹਨਾਂ ਨੂੰ ਕੈਟਾਗੋਰਿਕਲੀ ਕਿਹਾ ਕਿ ਤੁਸੀਂ ਡਿਊਟੀ ਬਾਉਂਡ ਹੋ। ਚੀਫ ਮਿਨਿਸਟਰ ਸਾਹਿਬ ਡਿਊਟੀ ਬਾਉਂਡ ਨੇ, ਜੇ ਇਨਫੋਰਮੇਸ਼ਨ ਗਵਰਨਰ ਸਾਹਿਬ ਨੇ ਮੰਗੀ ਹੈ ਤਾਂ ਦੇਣੀ ਪੈਣੀ ਹੈ। ਇਹ ਕਿਹਾ ਗਿਆ, ਮਰਜ਼ੀ ਨਹੀਂ ਹੈ। ਇਹ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਹਿਤਾ, ਇਹ ਸੰਵਿਧਾਨ ਵੀ ਕਹਿੰਦਾ ਹੈ, ਤੇ ਉਹਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਇਸ ਨੂੰ ਵਾਇਲੇਟ ਕਰਦੀ ਹੈ ਤੇ ਮੈਨੂੰ ਲੱਗਦਾ ਹੈ ਇਹ ਤੋਂ ਵੱਡਾ ਕੋਈ ਪ੍ਰੂਫ ਨਹੀਂ ਹੋ ਸਕਦਾ। ਖੜਿਆਲ ਸਾਹਿਬ ਤੁਸੀਂ ਵਾਇਲੇਟ ਕਰਨ ਦਾ। ਖੜਿਆਲ ਸਾਹਿਬ ਤੁਸੀਂ ਕੋਰਟ ਦਾ ਹਵਾਲਾ ਵੀ ਦਿੱਤਾ, ਕੋਰਟ ਦੀ ਟਿੱਪਣੀ ਦਾ ਹਵਾਲਾ ਵੀ ਦਿੱਤਾ। ਖੜਿਆਲ ਸਾਹਿਬ ਤੁਸੀਂ ਕਿਹਾ ਕਿ ਕਨਸਟੀਟਿਊਸ਼ਨ ਨੂੰ ਅੰਡਰਮਾਈਨ ਕਰਦੀ ਪਈ ਆਮ ਆਦਮੀ ਪਾਰਟੀ। ਗਵਰਨਰ ਸਾਹਿਬ ਨੇ ਕਨਸਟੀਟਿਊਸ਼ਨ ਨੂੰ ਅੰਡਰਮਾਈਨ ਕੀਤਾ ਜਾਂ ਨਹੀਂ ਕੀਤਾ? ਨਹੀਂ ਕੀਤਾ। ਦੂਜੀ ਗੱਲ, ਆਮ ਆਦਮੀ ਪਾਰਟੀ ਨੇ ਜਦੋਂ ਦਿੱਲੀ ਆਰਡੀਨੈਂਸ ਨੂੰ ਇਸ਼ੂ ਬਣਾਇਆ ਬਹੁਤ ਵੱਡਾ, ਤੁਸੀਂ ਦੇਖੋ 2 ਚੀਜ਼ਾਂ ਹੋਈਆਂ ਕੇਪੀਜੀ। ਪਹਿਲੀ ਚੀਜ਼ ਕੀ ਹੋਈ, ਆਮ ਆਦਮੀ ਪਾਰਟੀ ਨੇ ਆਪਣੇ ਦੋਹਰੇ ਮਾਪਦੰਡ ਦਿਖਾਤੇ। ਕਿਵੇਂ? ਇੱਕ ਤਾਂ ਕਹਿਤਾ ਵੀ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੁਲਾਈ ਦੇ ਵਿੱਚ, ਤੇ ਜੂਨ ਦਾ ਮਹੀਨਾ ਜਿਹੜਾ ਸਾਰਾ ਹੈਗਾ ਉਹਨੂੰ ਰਾਜਨੀਤੀਕਰਨ ਕਰਨ ਲਈ, ਪੋਲਿਟਿਕਸ ਕਰਨ ਲਈ, 2024 ਲਈ ਗਰਾਊਂਡ ਤਿਆਰ ਕਰਨ ਲਈ ਰੱਖ ਲਿਆ। ਕਿਵੇਂ? ਜਿਹੜੀਆਂ ਪਾਰਟੀਆਂ ਦਾ ਵਿਰੋਧ ਕਰਦੇ ਸੀ, ਆਲੋਚਨਾ ਕਰਦੇ ਸੀ, ਕਰਪਸ਼ਨ ਦੇ ਐਲੀਗੇਸ਼ਨ ਲਾਉਂਦੇ ਸੀ, ਹੋਰ ਕਹਿੰਦੇ ਸੀਗੇ, ਚਾਹੇ ਕਰਪਸ਼ਨ ਦਾ ਇਲਜ਼ਾਮ ਕਾਂਗਰਸ ਤੇ ਲਾਇਆ ਹੋਇਆ ਨਾ, ਤਾਂ ਸਮਰਥਨ ਮੰਗਣ ਲੱਗ ਗਏ। ਠਾਕਰੇ ਸਾਹਿਬ ਕੋਲ ਚਲੇ ਗਏ, ਮਮਤਾ ਜੀ ਕੋਲ ਚਲੇ ਗਏ, ਸ਼ਰਦ ਪਵਾਰ ਸਾਹਿਬ ਕੋਲ ਚਲੇ ਗਏ। ਅਦਰਵਾਈਜ਼ ਕਹਿਣਗੇ ਵੀ ਜੱਫੀਆਂ ਕਿਉਂ ਪਾਉਣੇ ਹੋ, ਹੱਥ ਕਿਉਂ ਮਿਲਾਉਣੇ ਹੋ, ਤੇ ਤੁਸੀਂ ਜਾ ਸਭ ਕੁਝ ਕਰੋ, ਪ੍ਰੈਸ ਕਾਨਫਰੰਸਾਂ ਕਰੋ, ਤੇ ਉਹ ਤੋਂ ਬਾਅਦ ਦੋਹਰੇ ਮਾਪਦੰਡ ਦਿਖਾਓ। ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਆਪਦੇ ਆਪ ਨੂੰ ਸਰਟੀਫਿਕੇਟ ਦਿੱਤਾ ਡਬਲ ਸਟੈਂਡਰਡ ਦਾ। ਲਾਸਟ ਪੁਆਇੰਟ ਮੇਰਾ ਖੜਿਆਲ ਸਾਹਿਬ ਨੇ, ਮੈਂ ਇਹ ਪੁਆਇੰਟ ਵੀ ਲੈਣਾ ਤੁਹਾਡੇ ਪੁਆਇੰਟ ਨਾਲ ਜੁੜਿਆ ਹੋਇਆ, ਤੁਹਾਡੇ ਪੁਆਇੰਟ ਨਾਲ ਹੀ ਪੁਆਇੰਟ ਜੁੜਿਆ ਹੋਇਆ ਕਿ ਦਿੱਲੀ ਵਿੱਚ ਜਿਹੜਾ ਆਰਡੀਨੈਂਸ ਲੈ ਕੇ ਕੇਂਦਰ ਸਰਕਾਰ, ਤੁਸੀਂ ਸਪੋਰਟ ਕਰਦੇ ਹੋ ਕੇਂਦਰ ਦੀ? ਜਦੋਂ ਤੱਕ ਸਾਡੀ ਹਾਈ ਕਮਾਂਡ ਦਾ ਡਿਸੀਜਨ ਨਹੀਂ ਆਉਂਦਾ ਕੇਪੀਜੀ, ਮੈਂ ਇਹਦੇ ਕਮੈਂਟ ਨਹੀਂ ਕਰ ਸਕਦਾ। ਸਾਡੇ ਲਈ ਇਹ ਮੈਟਰ ਸਾਡੀ ਹਾਈ ਕਮਾਂਡ 'ਚ ਹੈ, ਦੇਅਰਫੋਰ ਇਟ ਇਜ਼ ਸਬ ਜੁਡਿਸ ਫॉर ਮੀ। ਦੂਜਾ, ਪੰਜਾਬ ਦੇ ਵਿੱਚ ਗਵਰਨਰ ਸਾਹਿਬ ਤੇ ਸਰਕਾਰ ਦੀ ਜਿਹੜੀ ਟਸਲ ਹੈ ਉਹ ਆਪਾਂ ਦੇਖ ਲਈ ਇਨ ਵੈਰੀ ਸ਼ਾਰਟ। 4 ਦਫਾ ਗਵਰਨਰ ਸਾਹਿਬ ਨੂੰ ਬਾਰਡਰ ਡਿਸਟ੍ਰਿਕਟ ਜਾਣਾ ਪੈਂਦਾ ਹੈ। ਨਸ਼ੇ ਦਾ ਜਿਹੜਾ ਮਸਲਾ ਹੈ ਇੰਨਾ ਕੁ ਵੱਧ ਗਿਆ ਪੰਜਾਬ ਦੇ ਵਿੱਚ ਕਿ NCRB ਦੇ ਅਕੋਰਡਿੰਗ NDPS ਰਿਲੇਟਡ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੋਇਆ। ਦੂਜਾ, ਇਹੀ ਸਰਕਾਰ ਹੈ ਧਵਨ ਸਾਹਿਬ ਦੀ ਜਿਹੜੀ ਕਹਿੰਦੀ ਸੀ 4 ਮਹੀਨਿਆਂ 'ਚ ਨਸ਼ਾ ਖਤਮ ਕਰ ਦਾਂਗੇ ਜੜ ਤੋਂ। ਉਹ 4 ਮਹੀਨਿਆਂ 'ਚ ਨਸ਼ਾ ਤਾਂ ਖਤਮ ਨਹੀਂ ਹੋਇਆ। ਆਮ ਆਦਮੀ ਪਾਰਟੀ ਤੇ ਮਾਫੀ ਮੰਗੇ। ਲਾਸਟ ਚੀਜ਼ ਜਿਹੜਾ ਇਹਨਾਂ ਨੇ ਦੂਜੀ ਗੱਲ ਹੋਈ, ਦੇਖੋ 3 ਦਫਾ ਗਵਰਨਰ ਸਾਹਿਬ ਨੇ ਇਹਨਾਂ ਨੂੰ ਚਿੱਠੀ ਲਿਖਤੀ ਹੈ ਖਟਾਰੂ ਚੱਕ ਸਾਹਿਬ ਦੇ ਇਸ਼ੂ ਤੇ ਵੀ ਕੀ ਐਕਸ਼ਨ ਲਿਆ ਗਿਆ। ਤੇ ਮੈਂ ਇੱਕ ਚੀਜ਼ ਦੱਸਾਂ ਇੱਥੇ ਕਿ ਗਵਰਨਰ ਸਾਹਿਬ ਆਊਟ ਆਫ ਬਾਉਂਡ ਕਿਵੇਂ ਨਹੀਂ, ਆਊਟ ਆਫ ਲਾਈਨ ਕਿਵੇਂ ਨਹੀਂ ਹੈ, ਕਿਉਂਕਿ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਨੇ ਵੀ ਇਹਨਾਂ ਦੀ ਸਰਕਾਰ ਨੂੰ 3 ਦਫਾ ਚਲੋ ਠੀਕ ਹੈ ਖੜਿਆਲ ਸਾਹਿਬ ਤੁਹਾਡਾ ਕਮੈਂਟ, ਤੁਹਾਡਾ ਕਮੈਂਟ ਉਹ ਕਹਿਣਗੇ ਅਸੀਂ ਦਲਿਤ ਵਿਰੋਧ। ਇੱਕ ਸੇ ਲਾਸਟ ਪੁਆਇੰਟ ਲਾਸਟ ਲਾਈਨ ਮੈਂ ਹੋ ਗਿਆ ਖੜਿਆਲ ਸਾਹਿਬ, ਇੱਕ ਮਿੰਟ ਰੁਕ ਜਾਓ ਪਲੀਜ਼ ਰੁਕ ਜਾਓ ਖੜਿਆਲ ਸਾਹਿਬ, ਆਪਾਂ ਪਹਿਲੇ 5 ਮਿੰਟ ਲੈ ਕੇ ਖੜਿਆਲ ਸਾਹਿਬ ਪਲੀਜ਼ ਰੁਕ ਜਾਓ। ਮੈਡਮ ਸੋਲ, ਤੁਹਾਡੀ ਪਾਰਟੀ ਕਰੀ ਕਰੋੜਾਂ ਦਾ ਨੁਕਸਾਨ ਹੋ ਗਿਆ ਪੰਜਾਬ ਨੂੰ, ਕਿਹੜੇ ਕਰੋੜਾਂ ਦਾ ਨੁਕਸਾਨ ਹੋ ਗਿਆ? ਕੇਪੀ ਜੀ ਸਾਡੀ ਪਾਰਟੀ ਨੇ ਕੀ ਕਹਿਣਾ, ਸਾਰੇ ਕਹਿ ਰਹੇ ਕਰੋੜਾਂ ਸਾਨੂੰ ਕਿਹਾ। ਦੇਖੋ ਕਿ ਜਿਵੇਂ ਹੁਣ ਸਾਡੇ ਬੀਜੇਪੀ ਤੋਂ ਮੇਰੇ ਭਰਾ ਬੋਲ ਰਹੇ ਸੀ, ਮੈਂ ਕਾਫੀ ਹੱਦ ਤੱਕ ਸਹਿਮਤ ਹਾਂ ਉਹਨਾਂ ਦੇ ਨਾਲ ਕਿ ਪੰਜਾਬ ਦੀ ਬਦਕਿਸਮਤੀ ਹੈ
ਕਿ ਅਸੀਂ ਇਦਾਂ ਦੇ ਲੋਕਾਂ ਦਾ ਚੁਣਾਵ ਕੀਤਾ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਰਾਜਨੀਤੀ ਦੇ ਵਿੱਚ, ਕਿਉਂਕਿ 14 ਮਹੀਨਿਆਂ ਦੀ ਇਹਨਾਂ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ। ਜਦੋਂ ਸੀਐਮ ਨੂੰ, ਪੰਜਾਬ ਦੇ ਸੀਐਮ ਨੂੰ ਇਹੀ ਨਹੀਂ ਪਤਾ ਹੈ ਕਿ ਸੈਂਟਰ ਦੇ ਨਾਲ ਰਿਲੇਸ਼ਨ ਕਿੱਦਾਂ ਦੇ ਹੋਣੇ ਚਾਹੀਦੇ ਹੈ। ਫਰਸਟ ਡੇ ਤੋਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਟ੍ਰੀਟ ਕਰ ਰਹੇ, ਚਾਹੇ ਆਪਾਂ ਇਹਨਾਂ ਦੀ ਲੈਂਗੁਏਜ ਦੀ ਗੱਲ ਕਰ ਲਈਏ, ਵਿਧਾਨ ਸਭਾ ਸੈਸ਼ਨ ਹੋਇਆ ਤਾਂ ਇਸ ਤਰੀਕੇ ਨਾਲ ਭਾਸ਼ਾ ਦਾ ਉੱਥੇ ਪ੍ਰਯੋਗ ਕੀਤਾ ਗਿਆ, ਕੋਈ ਮਰਿਆਦਾ ਨਹੀਂ ਰੱਖੀ ਗਈ ਸ਼ਬਦਾਂ ਦੀ। ਇਦਾਂ ਲੱਗਦਾ ਸੀ ਜਿਵੇਂ ਕੋਈ ਸੜਕ ਦੇ ਉੱਤੇ ਦੋ ਆਮ ਨਾਗਰਿਕ ਜਿਹੜੇ ਉਹ ਲੜਾਈ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਅਗਰ ਗਵਰਨਰ ਸਾਹਿਬ ਦੇ ਟਵੀਟ ਦੀ ਗੱਲ ਕਰ ਲਓ, ਉਸ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਟਵੀਟ ਕਰਨਾ, ਉਹਦਾ ਜਵਾਬ ਦੇਣਾ, ਉਹਦੇ ਵਿੱਚ ਇਹਨਾਂ ਨੇ ਆਪ ਦੀ ਈਗੋ ਜਿਹੜੀ ਉਸ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਕਹਿਣਾ ਅਸੀਂ ਲੈ ਲਾਂਗੇ, ਅਸੀਂ ਕਰ ਲਾਂਗੇ। ਮਤਲਬ ਇੱਕ ਸੀਐਮ ਹੋ ਤੁਸੀਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਤੁਹਾਡੀ ਲੈਂਗੁਏਜ ਇਦਾਂ ਦੀ ਰਹਿੰਦੀ ਹੈ ਤੇ ਪੰਜਾਬ ਨੂੰ ਨੁਕਸਾਨ ਹੈ ਇਸ ਗੱਲ ਦਾ। ਤੁਸੀਂ ਹੋਣੀ ਚਾਹੀਦੀ ਹੈ, ਵਧੀਆ ਰਿਲੇਸ਼ਨ ਹੋਣੇ ਚਾਹੀਦੇ ਆ। ਫਿਰ ਉਸ ਤੋਂ ਬਾਅਦ ਆਯੋਗ ਨੀਤੀ ਦੀ ਗੱਲ ਆਈ ਤਾਂ ਉਸ ਦੇ ਵਿੱਚ ਇਹਨਾਂ ਨੇ ਮੀਟਿੰਗ ਤੋਂ ਜਾਣ ਤੋਂ ਮਨਾ ਕਰ ਦਿੱਤਾ, ਜਿੱਥੇ ਕਿ ਸਾਰੇ ਸਟੇਟ ਦੇ ਜਿਹੜੇ ਮੁੱਖ ਮੰਤਰੀ ਆਣੇ ਸੀ, ਪੰਜਾਬ ਦੇ ਹੱਕਾਂ ਦੀ ਗੱਲ ਹੋਣੀ ਸੀ, ਉੱਥੇ ਪੰਜਾਬ ਦੀ ਕੁਰਸੀ ਖਾਲੀ ਰਹੀ। ਤੁਸੀਂ ਦੱਸੋ ਕਿ ਇਹਨਾਂ ਦੀਆਂ ਨਲਾਇਕੀਆਂ ਕਿੰਨੀਆਂ? ਜਿੱਦਣ ਅਸੀਂ ਕਹਿੰਦੇ ਨਲਾਇਕੀਆਂ ਤੇ ਫਿਰ ਇਹ ਕਹਿੰਦੇ ਜੀ ਤੁਸੀਂ ਸਾਨੂੰ ਨਲਾਇਕੀਆਂ ਕਹਿੰਦੇ ਹੋ, ਤੁਹਾਡੀ ਸ਼ਬਦਾਂ ਦੀ ਮਰਿਆਦਾ ਨਹੀਂ। ਪਰ ਮੈਨੂੰ ਲੱਗਦਾ ਕਿ ਮੇਰੀ ਭਾਸ਼ਾ ਦੇ ਅੰਦਰ ਇਹਨਾਂ ਦੀਆਂ ਨਲਾਇਕੀਆਂ ਨੇ ਜਿਹੜੀਆਂ 14 ਮਹੀਨਿਆਂ ਤੋਂ ਪੰਜਾਬ ਦੇਖ ਰਿਹਾ ਹੈ, ਜੋ 70 ਸਾਲਾਂ ਤੋਂ ਨਹੀਂ ਦੇਖ, 14 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ, ਅਸੀਂ ਫੇਸ ਕਰ ਰਹੇ ਹਾਂ। ਭਗਵੰਤ ਸਾਹਿਬ ਨੂੰ ਸਮਝਣਾ ਚਾਹੀਦਾ ਇਸ ਗੱਲ ਨੂੰ, ਸੀਐਮ ਦੇ ਅਹੁਦੇ ਤੇ ਬੈਠੇ ਨੇ, ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠੇ ਨੇ। ਇਦਾਂ ਦੀਆਂ ਬਚਕਾਨੀਆਂ ਹਰਕਤਾਂ ਚਲੋ ਮੈਨੂੰ ਇਹ ਲੱਗਦਾ ਪਿਆ ਮੈਡਮ ਸੋਲ, ਮੈਨੂੰ ਇਹ ਲੱਗਦਾ ਪਿਆ ਤੁਸੀਂ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੇ ਵਿੱਚ ਗਵਰਨਰ ਸਾਹਿਬ ਦੀ ਸਪੋਰਟ ਵਿੱਚ ਖੜੇ ਹੋ, ਇਹੀ ਕਹਿਣਾ ਚਾਹ ਰਹੇ ਹੋ ਮੈਡਮ ਸੋਲ? केपी गवर्नर साहब की सपोर्ट दी नहीं है, बट लेकिन अगर सूबा सरकार फेलियर सिद्ध हुंदी है हर फ्रंट ते गवर्नर दी ड्यूटी बनती है, क्यों इंटरफेयर कर सकते? उन्होंने गलती नाल क्वेश्चन चलो गवर्नर साहब जे बजट सैशन की इजाजत ना देन तां चंगी गल है। देखो जी, गवर्नर ने जिन्नियां भी गल्लां हाले तक कीतियां, जिन्नियां उन्होंने इन्हां तो सवाल पूछे गए है, ਉਹ ਉਹਨਾਂ ਦਾ ਹੱਕ ਬਣਦਾ ਸੀ, ਉਹ ਇੰਟਰਫੇਅਰ ਕਰ ਸਕਦੇ ਸੀ। ਉਸ ਦਿਨ ਉਹਨਾਂ ਨੇ ਅੰਮ੍ਰਿਤਸਰ ਦਾ ਜਿਹੜਾ ਦੌਰਾ ਕਰਕੇ ਉੱਥੇ ਪੀਸੀ ਕੀਤੀ ਹੈ, ਉਹ ਬਿਲਕੁਲ ਬੰਦੀ ਸੀ। ਮੈਂ ਅੰਮ੍ਰਿਤਸਰ ਸਾਹਿਬ ਤੋਂ, ਮੈਨੂੰ ਪਤਾ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੀ ਹਾਲਾਤ ਬਣੇ ਹੋਏ ਆ ਇਸ ਵਕਤ। ਚਲੋ ਤੁਸੀਂ ਮੈਡਮ ਸੋਲ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕੇਂਦਰ ਨੂੰ ਦਖਲ ਦੇ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਹਾਲਾਤ ਸੁਖਾਵੇਂ? ਤੁਸੀਂ ਚਲੋ ਮੈਂ ਤੁਹਾਡੇ ਸਵਾਲ ਦੀ ਵਾਪਸ ਆ ਰਿਹਾ, ਮੈਂ ਆ ਰਿਹਾ ਵਾਪਸ। ਇੱਕ ਛੋਟਾ ਬ੍ਰੇਕ ਤੋਂ ਵਾਪਸ ਆਵਾਂਗੇ। ਮੇਰੀ ਸਰਕਾਰ ਤੇ ਝਗੜਾ ਕਿਉਂ ਹੈ, ਇਸ ਝਗੜੇ ਦੇ ਵਿਚਾਲੇ ਜਿਹੜੀ ਪੰਜਾਬ ਦੀ ਓਪੋਜੀਸ਼ਨ ਹੈਗੀ ਉਹ ਕਿੱਥੇ ਖੜੀ ਹੈ, ਇਸ ਡਿਬੇਟ ਤੁਹਾਨੂੰ ਦੱਸ ਰਹੀ ਹੈ। ਵਾਪਸ ਆ ਰਿਹਾ। They have insisted that I must use the word my government. हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? मन में हेजिटेशन ही नहीं ना, मेरी सरकार है ना, आई एम गवर्नर, मेरे नाम से सारे ऑर्डर निकलते हैं ना, A to Z। एक बार नहीं 50 बार बोलता हूँ ना, मेरी सरकार है। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ 'ਚ ਵਾਧੇ ਟਕਰਾਅ ਪਿੱਛੇ ਦਿੱਲੀ ਦਾ ਕੀ ਹੈ ਰੋਲ? ਮੈਡਮ ਸੋਲ ਮੈਨੂੰ ਇੱਕ ਸਪਸ਼ਟ ਕਰ ਦਿਓ, ਫਿਰ ਮੈਂ ਇਸ ਸਵਾਲ ਤੇ ਅਗਲਾ ਜਵਾਬ ਲੈਣਾ ਬਾਕੀ ਮਾਨਾਂ ਤੋਂ। ਕੇਂਦਰ ਦੇ ਹੱਥ ਸੌਂਪ ਦੇਣਾ ਚਾਹੀਦਾ ਪੰਜਾਬ? ਮੈਡਮ ਸੋਲ ਅਕਾਲੀ ਦਲ ਕੀ ਚਾਹੁੰਦਾ? ਸੌਰੀ ਪਲੀਜ਼ ਰਿਪੀਟ ਯੂਰ ਕੁਐਸਚਨ। ਕੇਂਦਰ ਦੇ ਹੱਥ ਸੌਂਪ ਦੇਣਾ ਚਾਹੀਦਾ ਪੰਜਾਬ, ਅਕਾਲੀ ਦਲ ਕੀ ਚਾਹੁੰਦਾ? ਦੇਖੋ ਜੀ, ਅਗਰ ਤਾਂ ਪੰਜਾਬ ਦੀ ਇਹੀ ਸਥਿਤੀ ਰਹਿਣੀ ਹੈ ਤਾਂ ਮੈਂ ਤਾਂ ਕਹਿੰਦੀ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ। ਰਾਸ਼ਟਰਪਤੀ ਰਾਜ, ਠੀਕ ਹੈ। ਇਹ ਤੁਹਾਡੀ ਪਾਰਟੀ ਦਾ ਸਟੈਂਡ ਹੈ ਮੈਡਮ ਸੋਲ, ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਪੰਜਾਬ 'ਚ? ਜੀ ਮੇਰੀ ਪਾਰਟੀ ਦਾ ਨਹੀਂ, ਪਰ ਮੇਰਾ ਪਰਸਨਲ ਸਟੈਂਡ ਹੈ। ਨਹੀਂ ਪਰਸਨਲ ਸਟੈਂਡ ਨਹੀਂ, ਇੱਥੇ ਪਰਸਨਲ ਸਟੈਂਡ ਦੀ ਜਗ੍ਹਾ ਨਹੀਂ ਹੈਗੀ। ਅਕਾਲੀ ਦਲ ਦਾ ਸਟੈਂਡ ਹੈ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਪੰਜਾਬ 'ਚ। ਕੇਪੀ ਜੀ ਮੈਂ ਤਾਂ ਕਹਿ ਰਹੀ ਹਾਂ ਕਿ ਇੱਥੇ ਹਰ ਨਾਗਰਿਕ ਦਾ ਇਹੀ ਸਟੈਂਡ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਕਿਉਂਕਿ ਇਹਨਾਂ ਕੋਲ ਪੰਜਾਬ ਸੰਭਲ ਨਹੀਂ ਰਿਹਾ। ਠੀਕ ਪ੍ਰਣਵ ਧਵਨ ਸਿੱਧਾ ਜਿਹਾ ਸਵਾਲ ਹੈ, ਅਕਾਲੀ ਦਲ ਨੇ ਆਪਣੀ ਸਥਿਤੀ ਸਪਸ਼ਟ ਕਰਤੀ ਹੈ, ਹੁਣ ਤੁਸੀਂ ਜਵਾਬ ਦਿਓ। केपी जी मैं एक करके सारे पार्टी के बुलारियां की गल का जवाब देंगा। मेरी एक बेनती है तुहाडे तो, मैनूं विच टोकिया ना जावे। सब तो पहले मैं आपकी वड्डी भैन सोल मैडम की गल का जवाब देना। इन्होंने की कहा कि पंजाब के नागरिक की गल है, तुसीं पंजाब के नागरिक की गल कर रहे हो जिहड़े 10 साल तुसीं पंजाब के लोगों नूं ठग्गिया, खोया, उन्हां दे नाल लुट्टा चोरियां कीतियां। 10 साल उन्होंने दुख विलाते अपने सुख विला बनाए। तुसीं नलैकियां दीयां गल्लां करदे हो, तुहाडी नलैकियां दा कारण है पिछली बार तुसीं जे 16 ते सीगे 4 ते पहुंच गए हो। तुसीं नलैकियां दीयां गल्लां कर रहे हो। हुण मैं आना भाजपा दे बुलारे ते नारंग साहब जी ने बड़ी वड्डी गल कही कि आर्टिकल 167 दा जवाब। नारंग साहब जे तुसीं माननीय सुप्रीम कोर्ट दा संविधान पढ़िया होंदा, ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਕਿ ਜਿਹੜੇ ਸਾਡੇ ਗਵਰਨਰ ਸਾਹਿਬ ਨੇ ਕਾਉਂਸਲ ਆਫ ਮਿਨਿਸਟਰ ਦੀ ਜਿਹੜੀ ਵੀ ਫੈਸਲਾ ਆਂਦਾ ਹੈ ਉਹਦੀ ਐਡਵਾਈਸ ਦਾ ਕੰਮ ਕਰਨਗੇ, ਨਾ ਕਿ ਉਹਦੇ ਵਿੱਚ ਨੁਕਤਾਚੀਨੀ ਕਰਨਗੇ। ਔਰ ਇੱਕ ਗੱਲ और,
ਔਰ ਮੈਂ ਕਾਂਗਰਸ ਦੇ ਬੁਲਾਰੇ ਦਾ ਹੁਣ ਡਬਲ ਸਟੈਂਡਰਡ ਦੀ ਗੱਲ ਦਾ ਜਵਾਬ ਦੇਣਾ। ਇਹਨਾਂ ਨੇ ਕਿਹਾ ਟਸਲ ਚੱਲਦੀ ਸੀ, ਇਹਨਾਂ ਨੇ ਕਿਹਾ ਮਾਫੀ ਮੰਗੇ। ਮੇਰੇ ਹਿਸਾਬ ਨਾਲ ਕਾਂਗਰਸ ਦੀ ਲੀਡਰਸ਼ਿਪ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਦਾ ਕਾਰਨ ਹੈ ਕਿ ਜਦ ਇਹੀ ਗੱਲ 2019 ਨਵੰਬਰ ਵਿੱਚ ਮਹਾਰਾਸ਼ਟਰ ਹੋਈ, ਜਦ ਗਵਰਨਰ ਨੇ ਚੋਰੀ ਛਿਪੇ ਸਵੇਰੇ 5 ਵਜੇ ਸਹੁੰ ਚੁਕਾਈ ਸੀ ਭਾਜਪਾ ਦੇ ਔਰ ਅਜੀਤ ਪਵਾਰ ਜੀ ਨੂੰ ਜਿਹੜੇ ਐਨਸੀਪੀ ਤੋਂ ਸੀਗੇ, ਤਾਂ ਇਹਨਾਂ ਨੇ ਇਤਰਾਜ਼ ਕੀਤਾ ਕਿ ਭਾਈ ਫਿਰ ਮਗਰਮੱਛ ਦੇ ਅੰਜੂ ਕਿਉਂ ਲਗਾਏ ਤੁਸੀਂ? ਉਦੋਂ ਤੁਸੀਂ ਕਿਹਾ ਕਿ ਗਵਰਨਰ ਜਿਹੜਾ ਹੈ ਇਹ ਮਿਲਿਆ ਹੋਇਆ ਹੈ, ਇਹ ਗਵਰਨਰ ਸਾਹਿਬ ਭਾਰਤ ਦੇ ਸੰਵਿਧਾਨ ਦਾ ਕਤਲ ਕਰ ਰਹੇ ਨੇ। ਇਹ ਮੈਂ ਨਹੀਂ ਕਹਿ ਰਿਹਾ, ਕਾਂਗਰਸ ਦੀ ਲੀਡਰਸ਼ਿਪ ਨੇ ਗੱਲ ਕੀ, ਮੈਂ ਇਹਨਾਂ ਨੂੰ ਯਾਦ ਕਰਾ ਦੇਣਾ। ਸੋ ਇਹ ਡਬਲ ਸਟੈਂਡਰਡ ਤਿੰਨੋਂ ਪਾਰਟੀਆਂ ਕਰ ਰਹੀਆਂ, ਬੇਸਿਕਲੀ ਇਹ ਖੌਫ ਹੈ, ਇਹ ਖੌਫ ਪ੍ਰਣਬ ਜੀ ਫਿਰ ਤੁਸੀਂ ਪ੍ਰਣਬ ਜੀ ਫਿਰ ਇੱਥੇ ਬਹਿ ਕੇ ਤੁਸੀਂ ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਪ੍ਰਣਬ ਜੀ। ਇੱਕ ਮਿੰਟ ਸਰ ਸੁਣ ਲਓ ਸਰ ਇੰਨੇ ਕਾਲੇ ਨਹੀਂ ਪਈਦਾ ਪ੍ਰਣਬ ਜੀ, ਕਾਲੇ ਨਹੀਂ ਪਈਦਾ ਸਰ ਸੁਣ ਲਓ ਨਾ ਸਰ ਸੁਣ ਲਓ ਪ੍ਰਣਬ ਜੀ, ਸੁਣਨ ਦਾ ਮਾਦਾ ਰੱਖੋ ਸਰ, ਇਦਾਂ ਡਿਬੇਟ ਨਹੀਂ ਚੱਲਦੀ ਸਰ, ਇਦਾਂ ਇਹ ਕੋਈ ਹੋਰ ਚੈਨਲ ਨਹੀਂ ਹੈਗਾ ਸਰ ਜਿਵੇਂ ਆਪਾਂ ਮਰਜ਼ੀ ਨਾਲ ਡਿਬੇਟ ਚਲਾ ਲਾਂਗੇ। ਮੇਰੀ ਗੱਲ ਸੁਣੋ ਪ੍ਰਣਬ ਜੀ, ਇੱਕ ਮਿੰਟ ਕਿਰਪਾ ਕਰਕੇ ਸਵਾਲ ਸੁਣੋ ਸਰ। ਪ੍ਰਣਬ ਜੀ ਮੈਨੂੰ ਇੱਕ ਚੀਜ਼ ਦੱਸ ਦਿਓ, ਤੁਸੀਂ ਕਾਂਗਰਸ ਤੋਂ ਵਕਤ ਮੰਗਿਆ ਨਾ ਮਿਲਣ ਦਾ ਆਰਡੀਨੈਂਸ ਦੇ ਮਾਮਲੇ ਤੇ, ਜੇ ਕਾਂਗਰਸ ਦਾ ਡਬਲ ਸਟੈਂਡਰਡ ਹੈ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਸਰ, ਠੀਕ ਹੈ? ਜੇ ਕਾਂਗਰਸ ਆਉਂਦੀ ਆ ਹੀ ਸਪੋਰਟ ਦੇਣੀ ਹੈ, ਕਾਂਗਰਸ ਨੂੰ ਮਨਾ ਕਰ ਦੋਗੇ ਪ੍ਰਣਬ ਜੀ ਵੀ ਅਸੀਂ ਨਹੀਂ ਲੈਣਾ ਤੇਰੀ ਸਪੋਰਟ? ਮੈਂ ਕੀ ਕਿਹਾ? ਡਬਲ ਸਟੈਂਡਰਡ ਕਿਹੜੀ ਗੱਲ ਤੇ ਗੱਲ ਕੀਤੀ? ਮੈਂ ਗਵਰਨਰ ਸਾਹਿਬ ਦੀ ਡਬਲ ਸਟੈਂਡਰਡ ਤੇ ਗੱਲ ਕਰ ਰਿਹਾ। ਮੈਂ ਤਾਂ ਉਹੀ ਸਵਾਲ ਕਰ ਰਿਹਾ ਸਰ, ਮੈਨੂੰ ਸਰ ਬੋਲ ਨਾ ਘੁਮਾਇਆ ਕਰੋ ਪ੍ਰਣਬ ਜੀ, ਏਦਾਂ ਨਾ ਕਰੋ ਪਲੀਜ਼, ਮੇਰੀ ਬੇਨਤੀ। ਹਾਂ ਬੋਲੋ। ਜੋ ਤੁਸੀਂ ਸ਼ਬਦ ਮੇਰੇ ਮੂੰਹ ਚ ਪਾਣਾ ਚਾਹੁੰਦੇ ਮੈਂ ਨਹੀਂ ਬੋਲਦਾ ਸਰ, ਮੈਂ ਕੋਣ ਉਹਨਾਂ ਸ਼ਬਦ ਪਾਉਣ ਵਾਲਾ ਸਰ, ਤੁਸੀਂ ਇੰਨੇ ਸਿਆਣੇ ਹੋ। ਨਾ ਇੱਕ ਮਿੰਟ ਮੇਰੀ ਬੇਨਤੀ ਪਰ ਸਰ ਮੈਨੂੰ ਗੋਲ ਨਾ ਘੁਮਾਓ ਸਰ, ਮੈਂ ਗੋਲ ਘੁੰਮਣ ਵਾਲੇ ਐਂਕਰ ਵਿੱਚੋਂ ਨਹੀਂ ਹੈਗਾ। ਬੋਲੋ ਦੇ ਰਿਹਾ ਜਨਾਬ, ਮੈਂ ਜਵਾਬ ਦੇ ਰਿਹਾ। ਬੋਲੋ ਸਰ। ਭਾਰਤ ਦੇ ਸੰਵਿਧਾਨ ਨੂੰ ਜਿੰਦਾ ਰੱਖਣ ਲਈ ਲੋਕਾਂ ਦੇ ਨਾਲ ਜੋ ਧੱਕਾਸ਼ਾਹੀ ਦਿੱਲੀ ਵਿੱਚ ਹੋ ਰਹੀ ਹੈ, ਅਗਰ ਸਾਨੂੰ ਉਹਦੇ ਵਾਸਤੇ ਕਿਸੇ ਵੀ ਦਰਵਾਜ਼ੇ ਤੇ ਜਾਣਾ ਪਿਆ ਤੇ ਆਪ ਦੇ ਲੋਕਾਂ ਦੇ ਹੱਕ ਲਈ ਅਸੀਂ ਹਰ ਜਗ੍ਹਾ ਤੇ ਜਾਵਾਂਗੇ, ਕਿਉਂਕਿ ਅਸੀਂ ਲੋਕਤੰਤਰ ਦੀ ਇੱਜ਼ਤ ਕਰਦੇ ਹਾਂ। ਲੋਕਤੰਤਰ ਨੂੰ ਜੀਵਿਤ ਰੱਖਣ ਦਾ ਸਾਡਾ ਇੱਕ ਬਹੁਤ ਵੱਡਾ ਰਾਮਲੀਲਾ ਮੈਦਾਨ ਚ ਪ੍ਰਣਬ ਜੀ, ਰਾਮਲੀਲਾ ਮੈਦਾਨ ਚ ਕਾਂਗਰਸ ਨਹੀਂ ਆਈ, ਕੀ ਕਾਂਗਰਸ ਦਾ ਡਬਲ ਸਟੈਂਡਰਡ ਨਹੀਂ ਆਈ? ਦੇਖੋ ਰਾਮਲੀਲਾ ਮੈਦਾਨ ਵਿੱਚ ਸਾਡੀ ਪਾਰਟੀ ਵੱਲੋਂ ਕਾਲ ਸੀ, ਹਰ ਪਾਰਟੀ ਨੇ ਆਪਦੇ ਏਜੰਡੇ ਨੂੰ ਪੂਰਾ ਕਰਨਾ ਹੈ, ਹਰ ਪਾਰਟੀ ਦੇ ਵਰਕਰ ਨੇ ਆਪਦੇ ਪਾਰਟੀ ਦੇ ਕਹਿਣ ਦੇ ਹਿਸਾਬ ਨਾਲ ਚੱਲਣਾ ਹੈ। ਸੋ ਕਾਂਗਰਸ ਆਈ ਨਹੀਂ ਆਈ ਇਹ ਪ੍ਰਣਬ ਜੀ ਫਿਰ ਮੇਰੇ ਅਗਲਾ ਸਵਾਲ ਵੀ ਲੈ ਲਓ ਸਰ। ਕਪਿਲ ਸਿੱਬਲ ਜੀ ਕਿਸ ਕਪੈਸਿਟੀ ਵਿੱਚ ਉੱਥੇ ਆਏ ਸੀਗੇ? ਵੈਸੇ ਉਹ ਰਾਜ ਸਭਾ ਮੈਂਬਰ ਕਿਤੋਂ ਹੋਰੋਂ ਹੈ, ਮੈਨੂੰ ਇਸ ਗੱਲ ਦਾ ਇਲਮ ਹੈ, ਹੁਣ ਜਵਾਬ ਦੇ ਦਿਓ। ਬਿਲਕੁਲ ਮੈਂ ਇਸ ਗੱਲ ਦਾ ਜਵਾਬ ਦੇਣਾ। ਕਪਿਲ ਸਿੱਬਲ ਸਾਹਿਬ ਦਾ ਤੁਸੀਂ ਪਿਛੋਕੜ ਦੇਖੋ, ਜੇ ਅੱਜ ਉਹਨਾਂ ਨੇ ਅੱਜ ਆਉਣ ਦੀ ਕਿਰਪਾਲਤਾ ਕੀਤੀ, ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ, ਦਿੱਲੀ ਦੇ ਲੋਕਾਂ ਲਈ ਜਿਹੜੀ ਹੱਕ ਦੀ ਆਵਾਜ਼ ਨੂੰ ਸੁਣਿਆ, ਸਮਝਿਆ, ਉਸ ਵਾਸਤੇ ਉਹ ਪਹੁੰਚੇ। ਕਿਆ ਸੱਚ ਦੇ ਨਾਲ ਖਲੋਣਾ ਜੁਰਮ ਹੈ? ਮੈਂ ਨਹੀਂ ਸਮਝਦਾ। ਸੱਚ ਔਰ ਹੱਕ ਦੀ ਲੜਾਈ ਲੜਨੀ ਚਾਹੀਦੀ ਹੈ। ਸੋ ਹੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੜ ਰਹੇ ਨੇ। ਚਲੋ ਪ੍ਰਸਮਜੀਤ ਸਿੰਘ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀਗੀ, ਆਪਾਂ ਜਿਹੜੀ ਬਹਿਸ ਵਿੱਚ ਪਏ ਹੋਏ ਉਸ ਬਹਿਸ ਵਿੱਚ ਪੰਜਾਬੀਆਂ ਨੂੰ ਕੀ ਮਿਲੂਗਾ ਸਰ? ਮੈਂ ਉਹਨਾਂ ਨੂੰ ਵੀ ਜਵਾਬ ਦਿਆਂ ਸਰ, ਮੈਨੂੰ ਉਦੋਂ ਬਾਅਦ ਪੁੱਛਦੇ ਆ ਉਹ ਵੀ ਭਾਈ ਤੂੰ ਇਹ ਮੁੱਦਾ ਛੇੜਿਆ ਕਿਉਂ? ਨਹੀਂ ਪੰਜਾਬੀਆਂ ਦਾ ਤੇ ਨੁਕਸਾਨ ਹੀ ਨੁਕਸਾਨ ਆ। ਮੈਂ ਨਾ ਤੁਸੀਂ ਨੋਟ ਕੀਤਾ ਹੋਣਾ ਇੱਥੇ ਬਹਿਸ ਵਿੱਚ ਵੀ ਇੱਕ ਨਵੀਂ ਕਿਸਮ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ, ਜਿਹੜੀ ਸਿੱਧੇ ਖੰਜਰ ਕੱਢ ਕੇ ਇੱਕ ਨਾ ਸੱਪ ਵਾਲੀ ਜੀਭ ਕੱਢ ਕੇ ਲੜਾਈ ਕਰਨੀ। ਮੈਂ ਸਪਸ਼ਟ ਕਰ ਦੇਣਾ ਪ੍ਰਸਮ ਜੀ, ਮੈਂ ਸਪਸ਼ਟ ਕਰ ਦੇਣਾ, ਲੜਾਈ ਇਹ ਸ਼ੁਰੂ ਹੋ ਗਈ ਹੈ ਕਿ ਐਂਕਰ ਨੂੰ ਦਬਾਉਣਾ ਕਿਵੇਂ ਹੈ, ਇਹ ਸਾਰੇ ਚਾਹੁੰਦੇ ਆ। ਬੋਲੋ ਪ੍ਰਸਮਜੀਤ ਸਿੰਘ, ਬੋਲੋ ਸਰ। ਨਹੀਂ ਚਲੋ ਇੱਥੇ ਦੀ ਨਹੀਂ ਮੈਂ ਗੱਲ ਕਰ ਰਿਹਾ, ਮੈਂ ਪੋਲੀਟੀਕਲ ਪਾਰਟੀਆਂ ਦੇ ਲੈਵਲ ਦੀ ਗੱਲ ਕਰ ਰਿਹਾ ਸੀਗਾ। ਚਲੋ ਉਹ ਤੇ ਗੱਲ ਹੋ ਗਈ। ਮੈਂ ਇਹ ਕਹਿਣਾ ਕਿ ਬਾਹਰ ਮੈਂ ਕਦੀ ਅਸੀਂ ਚਲੋ ਬਹੁਤ ਪੋਲਿਟਿਕਸ ਵਿੱਚ ਐਕਟਿਵ ਨਹੀਂ ਸੀ, ਪਰ ਪੋਲੀਟੀਕਲ ਪਾਰਟੀਆਂ ਦੇ ਭਾਸ਼ਣ, ਲੀਡਰਾਂ ਦੇ ਭਾਸ਼ਣ, ਬਿਆਨ ਸੁਣਦੇ ਰਹੇ ਆ। ਤੁਸੀਂ ਅੱਜ ਦੀ ਅਖਬਾਰ ਦੇ ਵਿੱਚ ਜਿਹੜਾ ਆਂਧਰਾ 'ਚ ਜਾ ਕੇ ਹੋਮ ਮਿਨਿਸਟਰ ਨੇ ਬਿਆਨ ਦਿੱਤਾ, ਔਰ ਮੈਂ ਅਖਬਾਰ ਦਾ ਵੀ ਨਾਂ ਲੈਣਾ ਕਿ ਇੰਡੀਅਨ ਐਕਸਪ੍ਰੈਸ ਨੇ ਉਹਦਾ ਟਾਈਟਲ ਚਲਾਇਆ ਕਿ ਜੀ ਮਨਮੋਹਨ ਸਿੰਘ ਦੇ ਵੇਲੇ ਪਾਕਿਸਤਾਨ ਤੋਂ ਆਲੀਆ, ਮਾਲੀਆ, ਜਮਾਲੀਆ ਇੱਥੇ ਐਂਟਰ ਕਰ ਜਾਂਦੇ ਸੀ। ਸ਼ਰਮ ਨਹੀਂ ਆਉਂਦੀ ਹੈ ਪਰ ਇੱਕ ਬੰਦੇ ਨੂੰ ਐਡੇ ਪੱਧਰ ਦੇ ਮਿਨਿਸਟਰ ਨੂੰ ਦੂਜੀ ਕਮਿਊਨਿਟੀ ਬਾਰੇ ਐਡੇ ਘਟੀਆ ਸ਼ਬਦ ਬੋਲਣੇ? ਸਾਡੇ ਬਾਰੇ ਕੋਈ ਸਿੱਖਾਂ ਬਾਰੇ ਇੰਜ ਕਹਿ ਕੇ ਦੇਖੇ ਕਿ ਕੀ ਅੱਗ ਨਹੀਂ ਲੱਗੂਗੀ? ਇਹੋ ਜੀ ਅੱਗ ਲਾਉਣ ਵਾਲੀਆਂ ਗੱਲਾਂ ਹੈ ਕਿ ਨਹੀਂ ਹੈ? ਇਹੋ ਜੀ ਭਾਸ਼ਾ ਇੱਕ ਪੱਧਰ ਦੇ ਉੱਤੇ ਕਾਪੀ ਕਰ ਰਹੀ ਹੈ ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਤਾਈਆਂ ਦੋ ਐਗਜ਼ਾਮਪਲ ਦਿੱਤੀਆਂ ਸੀਗੀਆਂ। ਇੱਕ ਇਹ ਕਹਿਣਾ ਕਿ ਨਰਿੰਦਰ ਮੋਦੀ ਦਾ ਆਉਣ ਵਾਲੇ ਸਮੇਂ 'ਚ ਨਾਮ ਬਦਲ ਕੇ ਨਰਿੰਦਰ ਪੁਤਿਨ ਹੋ ਜਾਊਗਾ। ਮੈਨੂੰ ਇੱਕ ਚੀਜ਼ ਦੱਸੋ ਪ੍ਰਸਮਜੀਤ ਸਿੰਘ, ਮੈਨੂੰ ਇੱਕ ਚੀਜ਼ ਦੱਸੋ, ਸਾਰੀ ਆਪੋਜੀਸ਼ਨ ਸਣੇ ਤੁਸੀਂ ਸਰ, ਆਮ ਆਦਮੀ ਪਾਰਟੀ ਸਾਰੇ ਪਾਸੇ ਹੀ ਗਲਤ ਹੈ ਸਰ? ਉਹਨਾਂ ਦੇ ਕਿਸੇ ਸਵਾਲ ਵਿੱਚ ਵਜਨ ਨਹੀਂ ਹੈਗਾ ਸਰ?
ਮੈਂ ਕਿਸੇ ਪਾਰਟੀ ਦਾ ਨਹੀਂ, ਅੱਜ ਮੁੱਦਾ ਛਿੜਿਆ ਹੈ ਗਵਰਨਰ ਵਰਸਸ ਆਮ ਆਦਮੀ ਪਾਰਟੀ। ਗਵਰਨਰ ਨੁਮਾਇੰਦਗੀ ਕਰ ਰਹੇ ਆ ਕੇਂਦਰ ਸਰਕਾਰ ਦੀ, ਤੁਸੀਂ ਇਹ ਸਮਝ ਲਓ ਹੈ ਤੇ ਸੰਵਿਧਾਨਕ ਅਹੁਦਾ, ਪਰ ਆਪਾਂ ਸਾਰੇ ਜਾਣਦੇ ਆ ਕਿ ਪੋਲੀਟੀਕਲ ਅਹੁਦਾ ਵੀ ਹੁੰਦਾ। ਆਪਾਂ ਦੋ ਪਾਰਟੀਆਂ ਦੀ ਗੱਲ ਕਰ ਰਹੇ, ਤੇ ਮੈਂ ਇਹ ਕਹਿਣਾ ਕਿ ਦੋਵੇਂ ਹੀ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਾਸੇ ਹੈਗੇ ਆ। ਮੈਂ ਤਾਂ ਉਹਨਾਂ ਦੀ ਭਾਸ਼ਾ ਦੇ ਉੱਤੇ ਐਨਾਲਿਸਿਸ ਕਰਕੇ ਦੱਸ ਰਿਹਾ। ਜਿਹੜਾ ਭਾਸ਼ਣ ਕੇਜਰੀਵਾਲ ਨੇ ਅਸੈਂਬਲੀ 'ਚ ਦਿੱਤਾ, ਉਹ ਭਾਸ਼ਣ ਹੀ ਜਾ ਕੇ ਤੁਸੀਂ ਹਜ਼ਾਰਾਂ ਦੀ ਗਿਣਤੀ, ਲੱਖਾਂ ਦੀ ਗਿਣਤੀ 'ਚ ਬੈਠੇ ਪਬਲਿਕ ਦੇ ਵਿੱਚ ਇੱਕ ਥਾ ਰਾਜਾ ਉਹ ਚੌਥੀ ਪੜਿਆ ਰਾਜਾ, ਉਹ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ। ਇਹ ਕਿਹੜੀਆਂ ਗੱਲਾਂ ਤੇ ਚੱਲ ਪਏ ਆ? ਇਹ ਕੋਈ ਤਰੀਕੇ ਆ ਭਾਸ਼ਣ ਦੇਣ ਦੇ ਲੋਕਾਂ ਨੂੰ? ਕੋਈ ਪੜਿਆ ਜਾਂ ਅਨਪੜ੍ਹ ਤੁਸੀਂ ਨਿੱਜੀ ਅਟੈਕ ਕਰ ਕਰਕੇ ਜਾਂ ਬਰਾਦਰੀਆਂ ਦੇ ਅਟੈਕ ਕਰ ਕਰਕੇ ਘਟੀਆ ਸ਼ਬਦ ਵਰਤ ਕੇ, ਕਦੀ ਗਵਰਨਰ ਦੇ ਵਿਰੁੱਧ ਮੈਂ ਨਹੀਂ ਕਹਿੰਦਾ, ਪਰ ਗਵਰਨਰ ਨੇ ਅਜੇ ਵੀ ਉਹ ਸ਼ਬਦ ਨਹੀਂ ਵਰਤੇ ਜਿਸ ਢੰਗ ਨਾਲ ਭਗਵੰਤ ਮਾਨ ਕਹਿ ਰਿਹਾ। ਹਾਂ, ਉਹ ਇਹ ਜ਼ਰੂਰ ਕਰ ਰਿਹਾ ਕਿ ਇੱਕ ਪੈਰਲਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਬਾਰਡਰ ਜਾਂਦੇ, ਜੇ ਜਾਂਦੇ ਆ, ਉਹ ਜਾਂਦੇ ਆ। ਉਹ ਕੇਂਦਰ ਦੇ ਕਹਿਣ ਤੇ ਕਰ ਰਿਹਾ, ਆਪਣੇ ਆਪ ਕਰ ਰਿਹਾ, ਕਿੜ ਚੋਂ ਕਰ ਰਿਹਾ, ਮੈਨੂੰ ਨਹੀਂ ਪਤਾ ਹੈ। ਕੇਂਦਰ ਦੇ ਬਾਰਡਰ ਤੇ ਜਾਣਾ ਚਾਹੀਦਾ, ਗਵਰਨਰ ਸਾਹਿਬ ਨੂੰ ਬਾਰਡਰ ਤੇ ਜਾਣਾ ਚਾਹੀਦਾ। ਮੈਨੂੰ ਮੇਰੇ ਮੁਤਾਬਿਕ ਕੋਈ ਲੋੜ ਨਹੀਂ, ਉਹਨਾਂ ਨੂੰ ਸਰਕਾਰ ਰਾਹੀਂ ਸਾਰੀ ਗੱਲ ਕਰਾਉਣੀ ਚਾਹੀਦੀ, ਸਾਰੀ ਗੱਲ ਦੀ ਇਨਫੋਰਮੇਸ਼ਨ ਲੈਣੀ ਚਾਹੀਦੀ। ਆਪ ਉੱਥੇ ਕਿਉਂ ਭੱਜੇ ਫਿਰਦੇ? ਠੀਕ। ਨਾਰਾ ਸਾਹਿਬ ਗਵਰਨਰ ਸਾਹਿਬ ਆਪਦੀ ਇੱਕ ਪੈਰਲਲ ਗਵਰਨਮੈਂਟ ਚਲਾਉਣਾ ਚਾਹ ਰਹੇ ਆ। ਨਾਰਾ ਸਾਹਿਬ ਠੀਕ केपी जी, ऐसा नहीं है। मैं ਤੁਹਾਨੂੰ ਪਹਿਲਾਂ ਜੋ ਪ੍ਰਣਵ ਜੀ ਨੇ ਦੋ ਗੱਲਾਂ ਕਹੀਆਂ ਉਹਨਾਂ ਨੂੰ ਥੋੜਾ ਚਾਨਣਾ ਪਤਾ, ਚਲੋ ਪਹਿਲੀ ਵਾਰ ਡਿਬੇਟ ਤੇ ਆਏ ਨੇ, ਪਰ ਜਿਹੜਾ ਸੰਵਿਧਾਨ ਹੈ ਨਾ, ਮਾਫੀ ਚਾਹਨਾ ਇੱਕ ਮਿੰਟ ਇੱਥੇ ਪਹਿਲੀ ਵਾਰੀ ਆਇਆ। ਇੱਕ ਮਿੰਟ ਪ੍ਰਣਵ ਜੀ ਰੁਕ ਜਾਓ ਸਰ, ਮੈਂ ਦੇ ਦੇਣਾ ਜਵਾਬ ਸਰ ਤੁਹਾਡਾ, ਮੈਨੂੰ ਪਤਾ ਤੁਸੀਂ ਕੀ ਜਵਾਬ ਦੇਣਾ। ਇੱਕ ਮਿੰਟ ਰੁਕ ਜਾਓ, ਇੰਨੇ ਕਾਲੇ ਨਾ ਪਿਆ ਕਰੋ ਸਰ, ਮੇਰੀ ਬੇਨਤੀ ਹੈ, ਕਾਲੇ ਨਾ ਪਿਆ ਕਰੋ ਸਰ। ਹਾਂ ਨਾਰਾ ਸਾਹਿਬ, ਤੇ ਅਸੀਂ ਨਿੱਜੀ ਵਾਰ ਨਾ ਕਰੀਏ। ਪ੍ਰਣਵ ਜੀ ਨਾ ਕਾਲੇ ਪਿਆ ਕਰੋ ਸਰ। ਪ੍ਰਣਵ ਜੀ ਤੁਸੀਂ ਵਾਰ-ਵਾਰ ਹੋਣਾ ਸਰ, ਕੌਣ ਰੋਕਦਾ ਤੁਹਾਨੂੰ? ਬੀਜੇਪੀ ਰੋਕ ਲੂਗੀ ਸਰ ਤੁਹਾਨੂੰ? ਆਓ ਜੀ ਸਦਕੇ ਆਓ, ਅਗਲੀ ਡਿਬੇਟ 'ਚ ਬਹਿ ਜਾਓ ਮੇਰੇ ਨਾਲ। ਹਾਂ ਨਾਰਾ ਸਾਹਿਬ ਬੋਲੋ। ਮੈਂ केपी जी ਇਹ ਕਹਿ ਰਿਹਾ ਸੀ, ਮੈਂ ਆਪਣੇ ਛੋਟੇ ਭਾਈ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸੰਵਿਧਾਨ ਆ ਸੁਪਰੀਮ ਕੋਰਟ ਨੇ ਨਹੀਂ ਬਣਾਇਆ, ਸੰਵਿਧਾਨ ਪਾਰਲੀਮੈਂਟ ਨੇ ਬਣਾਇਆ। ਮੈਂ ਸਿਰਫ ਇੰਨਾ ਹੀ ਕਰੈਕਟ ਕਰਨਾ ਚਾਹ ਰਿਹਾ ਸੀਗਾ, ਜਿਹਦੇ ਚ ਚੀਫ ਮਿਨਿਸਟਰ ਦੀ ਪਾਵਰਾਂ ਡਿਫਾਈਨ ਨੇ ਤੇ ਪਾਵਰਾਂ ਗਵਰਨਰ ਦੀਆਂ ਵੀ ਡਿਫਾਈਨ ਨੇ। ਆਪਾਂ ਨੂੰ ਸਾਰਾ ਸੰਵਿਧਾਨ ਇਕੱਠਾ ਪੜ੍ਹਨਾ ਪਊਗਾ। ਇਹ ਨਹੀਂ ਹੈਗਾ ਕਿ ਜਿਹੜਾ ਆਰਟੀਕਲ ਤੁਹਾਡੇ ਮੁੱਖ ਮੰਤਰੀ ਦੇ ਹੱਕ ਦਾ ਤੁਸੀਂ ਓਨਾ ਹੀ ਪੜ੍ਹੋ। ਦੂਸਰੀ ਜਿਹੜੀ ਗੱਲ ਜੇ KP ਆਪਾਂ ਜਿਹੜੀ ਗੱਲ ਤੇ ਅੱਜ ਕਰ ਰਹੇ ਆ, ਗੱਲ ਇਹ ਆ ਕਿ ਆਪਾਂ ਸਾਰੇ ਪੰਜਾਬੀ ਲੋਕ ਬੈਠੇ ਆ, ਪੰਜਾਬ ਦੇ ਆਪਾਂ ਰਹਿਣ ਵਾਲੇ ਆ। ਆਪਾਂ ਹਮੇਸ਼ਾ ਇੱਕ ਦੂਜੇ ਨੂੰ ਜੀ, ਤੁਸੀਂ, ਭਾਜੀ ਇਹ ਕਹਿ ਕੇ ਗੱਲ ਕਰਦੇ ਆ। ਤੂੰ ਤੜਾਕ ਕਰਨਾ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਆ। ਅਸੀਂ ਆਪਣੇ ਤੋਂ ਛੋਟੇ ਨੂੰ ਵੀ ਭਾਜੀ ਕਹਿ ਕੇ ਬੁਲਾਉਂਦੇ ਆ। ਤੇ ਇੱਥੇ ਜਿਹੜੀ ਅਸੀਂ ਇਹ ਸ਼ਬਦਾਂ ਦਾ ਪ੍ਰਯੋਗ ਦੇਖਿਆ KP ਜੀ, ਉਹ ਵੀ ਸਟੇਜ ਤੋਂ ਪਬਲਿਕ ਦੇ ਸਾਹਮਣੇ। ਨਾਰਾ ਸਾਹਿਬ ਤੁਹਾਡੀ ਗੱਲ ਠੀਕ ਹੈ ਨਾਰਾ ਸਾਹਿਬ, ਇਹ ਚੰਗੀ ਲੱਗਦੀ ਹੈ ਸਟੂਡੀਓ ਵਿੱਚ ਗੱਲ ਕਰਨੀ। ਪਰ ਨਾਰਾ ਸਾਹਿਬ ਬਹੁਤ ਲੀਡਰਾਂ ਦੇ ਆਪਾਂ ਇਹੋ ਜਿਹੇ ਕਲਿੱਪ ਕੱਢ ਸਕਦੇ ਹਾਂ ਸਰ। ਤੁਹਾਡੀ ਪਾਰਟੀ ਦੇ ਵੀ ਹੈ, ਕਾਂਗਰਸ ਦੇ ਵੀ ਹੈ, ਆਮ ਆਦਮੀ ਪਾਰਟੀ ਦੇ ਵੀ ਹੈ, ਅਕਾਲੀ ਦਲ ਦੇ ਵੀ ਹੋਣਗੇ ਸਰ। ਆਪਾਂ ਨਾਰਾ ਸਾਹਿਬ ਮੇਰਾ ਪੁਆਇੰਟ ਵਾਲਾ ਸਵਾਲ ਹੈ ਸਰ, ਮੇਰਾ ਪੁਆਇੰਟ ਲੈ ਲਓ ਪਲੀਜ਼। ਮੈਂ ਸਵਾਲ ਇਹ ਕੀਤਾ ਸੀ ਗਵਰਨਰ ਸਾਹਿਬ ਪੈਰਲਲ ਗਵਰਨਮੈਂਟ ਚਲਾਉਣਾ ਚਾਹੁੰਦੇ, ਉਹ ਸਵਾਲ ਇਸ ਕਰਕੇ ਸੀਗਾ ਕਿ ਇੱਕ ਮਿੰਟ ਸਰ ਸਵਾਲ ਸੁਣ ਲਓ ਪੂਰਾ। ਨਾਰਾ ਸਾਹਿਬ ਸਵਾਲ ਸੁਣ ਲਓ ਕਿ BSF ਤੇ ਕੇਂਦਰੀ ਏਜੰਸੀਆਂ ਤੇ ਸਾਡੀ ਪੰਜਾਬ ਪੁਲਿਸ ਤੇ ਕੀ ਗਵਰਨਰ ਸਾਹਿਬ ਨੂੰ ਵਿਸ਼ਵਾਸ ਨਹੀਂ ਹੈਗਾ ਜਿਹੜਾ ਉਹਨਾਂ ਨੂੰ ਆਪ ਜਾਣਾ ਪੈ ਰਿਹਾ, ਜਾਂ ਚੈੱਕ ਰੱਖਣਾ ਜ਼ਰੂਰੀ ਹੈ? ਨਾਰਾ ਸਾਹਿਬ ਮੈਨੂੰ ਜਵਾਬ ਦੇ ਦਿਓ ਪਲੀਜ਼। ਦੇਖੋ, ਸੰਵਿਧਾਨ ਦੇ ਮੁਤਾਬਕ ਗਵਰਨਰ ਚਾਹੇ ਤਾਂ ਜਾ ਸਕਦਾ, ਜਿੱਥੇ ਉਹਨੂੰ ਲੱਗੇ ਵੀ ਉੱਥੇ ਕੋਈ ਕਮੀਆਂ ਵਾ ਬਾਰਡਰ ਏਰੀਆ 'ਚ ਜਾਂ ਕਿਤੇ ਵੀ। ਫਿਰ ਕਸਟੋਡੀਅਨ ਆਫ ਸਟੇਟ ਉਹਨੂੰ ਇਸੇ ਕੰਮ ਲਈ ਤਾਂ ਨਹੀਂ ਬਣਾਇਆ ਨਾ ਕਿ ਜੋ ਮੁੱਖ ਮੰਤਰੀ ਲਿਖ ਕੇ ਦੇ ਦੇਵੇ ਉੱਤੇ ਸਾਈਨ ਕਰ ਦੇ। ਸਰਟਨਲੀ ਸੰਵਿਧਾਨ ਕਿਤੇ ਵੀ ਇਹ ਮਨਾ ਨਹੀਂ ਕਰਦਾ ਕਿ ਗਵਰਨਰ ਵਿਜ਼ਿਟ ਨਹੀਂ ਕਰ ਸਕਦਾ। ਆਪਾਂ ਜਿਹੜੀ ਅੱਜ ਦੀ ਡਿਬੇਟ ਦੀ ਗੱਲ ਨਾ, ਇਹ ਤਾਂ ਸਵਾਲ ਦੇ ਵਿੱਚ ਸਵਾਲ ਆ, ਗੱਲ ਭਾਸ਼ਾ ਦੀ ਮਰਿਆਦਾ ਦਾ। ਇਸੇ ਕਰਕੇ ਤਾਂ ਮੁੱਦਾ ਖੜਾ ਹੁੰਦਾ ਪਿਆ ਸਰ, ਇਸੇ ਕਰਕੇ ਤਾਂ ਮੁੱਦਾ ਖੜਾ ਹੁੰਦਾ ਪਿਆ ਨਾਰਾ ਸਾਹਿਬ। ਕੱਲੀ ਭਾਸ਼ਾ ਦੀ ਮਰਿਆਦਾ ਦਾ ਸਵਾਲ ਨਹੀਂ ਹੈਗਾ ਸਰ, ਸੰਵਿਧਾਨਕ ਸਵਾਲ ਵੀ ਹੈ ਨਾਰਾ ਸਾਹਿਬ, ਸੰਵਿਧਾਨਕ ਸਵਾਲ ਵੀ ਹੈ। ਮੈਂ ਕਰ ਰਿਹਾ ਤੁਸੀਂ ਮੈਨੂੰ ਜਵਾਬ ਦੇਣ ਦਿਓ ਨਾ। ਆਪਾਂ ਤਾਂ ਆਪਣੇ ਤੋਂ ਛੋਟੇ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਆ। ਇੱਥੇ ਜੇ ਆਪਾਂ ਸੰਵਿਧਾਨ ਮੁਤਾਬਕ ਦੇਖੀ ਤੇ ਸੰਵਿਧਾਨ ਮੁਤਾਬਕ ਗਵਰਨਰ ਮੁੱਖ ਮੰਤਰੀ ਤੋਂ ਉੱਪਰ ਹੈ, ਕਿਉਂਕਿ ਗਵਰਨਰ ਕਸਟੋਡੀਅਨ ਆ। ਆਪਾਂ ਉਹਨੂੰ ਤੂੰ ਤੜਾਕ ਕਰਕੇ ਉਹ ਆਇਆ ਸੀਗਾ, ਮੈਂ ਉਹਨੂੰ ਐ ਕਹਿਤਾ, ਇਹ ਗੱਲਾਂ ਕੋਈ ਮੁੱਖ ਮੰਤਰੀ ਦੇ ਲੈਵਲ ਤੇ ਸ਼ੋਭਾ ਨਹੀਂ ਦਿੰਦੀਆਂ। ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ। ਔਰ ਕਿਉਂ ਆਪਾਂ ਇਹ ਗੱਲਾਂ ਸੁਣਦੇ ਆ? ਫਿਰ ਮੈਂ ਉਹੀ ਗੱਲ ਕਹੂੰਗਾ ਕਿ ਜਦੋਂ ਆਪਾਂ ਜਿਹੜਾ ਪਿਛੋਕੜ ਦੇਖੋ ਹਰ ਬੰਦੇ ਦਾ ਮੁੱਖ ਮੰਤਰੀ ਨੇ ਕਿਹੜੇ ਅਪਸ਼ਬਦ ਬੋਲੇ ਨਾਰਾ ਸਾਹਿਬ? ਮੁੱਖ ਮੰਤਰੀ ਨੇ ਕਿਹੜੇ ਅਪਸ਼ਬਦ ਬੋਲੇ ਹੁਣ ਦੱਸੋ ਮੈਨੂੰ। KP ਜੀ, ਤੂੰ ਤੜਾਕ ਕਰਕੇ ਗੱਲ ਕਰਨਾ, ਉਹ ਆਇਆ ਸੀਗਾ ਗਵਰਨਰ, ਮੈਂ ਉਹਨੂੰ ਐ ਕਹਿਤਾ, ਤੂੰ ਐ ਕਰ ਦੇ। ਚਲੋ ਮੈਂ ਜਵਾਬ ਲੈ ਲੈਣਾ, ਮੈਂ ਜਵਾਬ ਮੈਂ ਆ ਰਿਹਾ। ਆਪਾਂ ਪੰਜਾਬੀ ਲੋਕ ਇੱਕ ਦੂਜੇ ਦੀ ਇੱਜ਼ਤ ਕਰਨ ਵਾਲੇ ਬੰਦੇ ਆ। ਠੀਕ ਹੈ, ਮੈਂ ਆ ਰਿਹਾ ਸਰ। ਆਪਾਂ ਤਾਂ ਛੋਟੇ ਨੂੰ ਵੀ ਤੁਸੀਂ ਕਹਿ ਕੇ ਬੁਲਾਉਂਦੇ ਆ, ਤੇ ਵੱਡੇ ਨੂੰ ਤੂੰ ਕਹਿ ਕੇ ਬੁਲਾਉਂਦੇ ਆ। ਮੈਂ ਆ ਰਿਹਾ। ਖੜਿਆਲ ਸਾਹਿਬ ਤੁਹਾਨੂੰ ਅਗਲੇ ਸੈਗਮੈਂਟ 'ਚ ਵਕਤ ਦਊਂਗਾ, ਮਾਫ ਕਰਨਾ ਇਸ ਸੈਗਮੈਂਟ 'ਚ ਵਕਤ ਨਹੀਂ ਦੇ ਸਕਿਆ। ਇੱਕ ਛੋਟਾ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਵਾਪਸ ਆ ਰਿਹਾ ਮੈਂ ਮਿਸਟਰ ਖੜਿਆਲ ਆ ਰਿਹਾ। ਮੇਰੀ ਸਰਕਾਰ ਕਿਉਂ ਅਸਲ ਜੜ ਕੀ ਆਂਦੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ, ਵਾਪਸ ਆ ਰਹੇ। They have insisted that I must use the word my government.
हाउस में आके कहता मैं इसमें मेरी सरकार नहीं कहूंगा। मैंने कहा फिर किसकी सरकार है? मन में हेजिटेशन ही नहीं ना, मेरी सरकार है ना, आई एम गवर्नर, मेरे नाम से सारे ऑर्डर निकलते हैं ना, A to Z। एक बार नहीं 50 बार बोलता हूँ ना, मेरी सरकार है। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ 'ਚ ਵਾਧੇ ਟਕਰਾਅ ਪਿੱਛੇ ਦਿੱਲੀ ਦਾ ਕੀ ਹੈ ਰੋਲ? ਖੜਿਆਲ ਸਾਹਿਬ ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਉਹ ਸੈਸ਼ਨ ਕਰਕੇ ਤਾਂ ਨਹੀਂ ਇਹ ਦੁਬਾਰਾ ਪੰਗਾ ਪਿਆ? ਦੇਖੋ ਕੇਪੀ ਜੀ, ਇਹ ਤਾਂ ਮੈਟਰ ਆਫ ਡਿਬੇਟ ਐਂਡ ਡਿਸਕਸ਼ਨ ਹੈ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਜਵਾਬ ਨਹੀਂ ਦੇ ਪਾ ਰਹੀ। ਇਹਨਾਂ ਨੂੰ ਸਵਾਲ ਪੁੱਛ ਰਹੇ ਅਸੀਂ ਵੀ ਜੇ ਤੁਸੀਂ ਕਹਿੰਦੇ ਹੋ ਗਵਰਨਰ ਸਾਹਿਬ ਗਲਤ ਹੈ ਤਾਂ ਦੱਸੋ ਆਰਟੀਕਲ 167 ਕੀ ਅਨਕਨਸਟੀਟਿਊਸ਼ਨਲ ਹੈ? ਕਿ ਜੋ ਆਮ ਆਦਮੀ ਪਾਰਟੀ ਨੇ ਟਵੀਟ ਕੀਤੇ ਹੈ ਬੈਕ ਇਨ ਦ ਡੇ, ਜੇ ਆਪਾਂ ਦੇਖੀਏ ਆਨਰੇਬਲ ਸੁਪਰੀਮ ਕੋਰਟ ਨੇ ਉਹਤੇ ਕੀ ਕਿਹਾ, ਉਹ ਇਹ ਸੀਗਾ ਕਿ ਜਿਹੜੇ ਇਹਨਾਂ ਨੇ ਟਵੀਟ ਕੀਤੇ ਬਿਆਨਾਤ ਦਿੱਤੇ ਗਵਰਨਰ ਸਾਹਿਬ ਦੇ ਖਿਲਾਫ ਉਹ ਐਕਸਟ੍ਰੀਮਲੀ ਡੈਰੋਗੇਟਰੀ ਨੇ, ਉਹ ਪੇਟੈਂਟਲੀ ਅਨਕਨਸਟੀਟਿਊਸ਼ਨਲ ਨੇ। ਇਹ ਸ਼ਬਦ ਆਨਰੇਬਲ ਸੁਪਰੀਮ ਕੋਰਟ ਦੇ ਜੋ ਬਿਆਨ ਤੇ ਜੋ ਟਵੀਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਰੀ ਕੀਤੇ। ਦੂਜੀ ਗੱਲ, ਆਨਰੇਬਲ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਵੀ ਜੋ ਇਹਨਾਂ ਨੇ ਖੱਤ ਲਿਖਿਆ ਸੀਗਾ ਨਾ ਗਵਰਨਰ ਸਾਹਿਬ ਨੂੰ, ਉਹ that leaves much to be desired। ਤੇ ਇਹਦੇ ਬਾਵਜੂਦ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਵੀ ਗਵਰਨਰ ਸਾਹਿਬ ਦੀ ਗਲਤੀ ਤਾਂ ਸਾਡੀ ਹੈ ਹੀ ਕੋਈ ਨਹੀਂ, ਤੇ ਮੈਨੂੰ ਲੱਗਦਾ ਹੈ ਇਹ ਤੋਂ ਅਨਫੋਰਚੂਨੇਟ ਗੱਲ ਕੋਈ ਹੋ ਨਹੀਂ ਸਕਦੀ। ਅੱਛਾ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਕੇਪੀ ਜੀ ਗੱਲ ਕੀਤੀ ਮਹਾਰਾਸ਼ਟਰ ਦੀ, ਕਹਿੰਦੇ ਮਹਾਰਾਸ਼ਟਰ ਦੇ ਵਿੱਚ ਤੁਸੀਂ ਗਵਰਨਰ ਸਾਹਿਬ ਨੂੰ ਐ ਕਿਹਾ, ਮੇਰਾ ਬਿਆਨ ਸ਼ਾਇਦ ਚੰਗੀ ਤਰ੍ਹਾਂ ਨਹੀਂ ਸੁਣਿਆ ਪਹਿਲੇ ਸੈਗਮੈਂਟ ਦਾ ਨਾ, ਨਹੀਂ ਮੇਰਾ ਬਿਆਨ ਕੀ ਸੀਗਾ ਵੀ ਪੂਰੇ ਦੇਸ਼ ਦੇ ਵਿੱਚ 2 ਸੂਬੇ ਹੈ ਜਿੱਥੇ ਕੰਟੀਨਿਊਅਸਲੀ ਕੰਸੈਕਟਿਵਲੀ ਟਸਲ ਸਰਕਾਰ ਤੇ ਗਵਰਨਰ ਸਾਹਿਬ ਦੇ ਵਿੱਚ ਚੱਲਦੀ ਰਹਿੰਦੀ ਹੈ, ਹੋਰ ਸੂਬਿਆਂ ਦੇ ਵਿੱਚ ਰੇਅਰਲੀ ਚੱਲਦੀ ਹੈ, ਮਗਰ ਚੱਲਦੀ ਜ਼ਰੂਰ ਹੈ। ਲੇਕਿਨ ਤੁਸੀਂ ਬਿਆਨ ਬੜਾ ਅੱਛਾ ਦਿੱਤਾ। ਸੋ ਮੈਂ ਕਹਿੰਦਾ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਇਹ ਡਿਬੇਟ ਦੇ ਵਿੱਚ ਕਹਿਣ ਵੀ ਸਾਡੇ ਸੁਪਰੀਮੋ ਨੇ ਗਲਤ ਕੀਤਾ। ਜੇ ਕਹਿ ਰਹੇ ਹੋ ਕਾਂਗਰਸ ਪਾਰਟੀ ਦੇ ਦੋਹਰੇ ਮਾਪਦੰਡ ਹੈ ਤਾਂ ਆਪਦੇ ਸੁਪਰੀਮੋ ਨੂੰ ਪਹਿਲਾਂ ਤਾਂ ਕੰਡੈਮ ਕਰੋ ਵੀ ਸਮਰਥਨ ਮੰਗਿਓ ਪਾਰਟੀ ਤੋਂ ਜਿਹਦੇ ਦੋਹਰੇ ਮਾਪਦੰਡ ਹੈ, ਜਿਹਦੇ ਡਬਲ ਸਟੈਂਡਰਡ ਹੈ, ਕਿਉਂਕਿ ਇਹ ਕਰਕੇ ਉਹਨਾਂ ਤੇ ਇਲਜ਼ਾਮ ਲਾ ਕੇ ਉਹਨਾਂ ਤੋਂ ਸਮਰਥਨ ਮੰਗ ਕੇ ਖੜਿਆਲ ਸਾਹਿਬ ਮੈਨੂੰ ਇਉਂ ਲੱਗਦਾ ਤੁਸੀਂ ਆਪਣੇ ਆਪ ਸਮਰਥਨ ਦੇ ਦੋਗੇ ਐਂਡ ਮੂਵਮੈਂਟ ਤੇ। ਹਾਂਜੀ, ਮੈਨੂੰ ਐਂ ਲੱਗਦਾ ਕਿ ਐਂਡ ਮੂਵਮੈਂਟ ਤੇ ਤੁਸੀਂ ਆਪੋ ਸਮਰਥਨ ਦੇ ਦੋਗੇ ਇਹਨਾਂ ਨੂੰ ਆਡੀਅנס ਦੇ ਮਾਮਲੇ। ਦੇਖੋ ਜੋ ਤੁਹਾਨੂੰ ਲੱਗਦਾ ਹੈ ਕੇਪੀ ਜੀ, that is fine। ਤੁਹਾਡੀ ਅਸੰਪਸ਼ਨ ਪ੍ਰੀਜ਼ੰਪਸ਼ਨ ਕੀ ਹੈ, that is secondary। ਪ੍ਰਾਇਮਰੀ ਚੀਜ਼ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਤਾਂ ਡਿਸਾਈਡ ਕਰ ਲੇ ਵੀ ਅਸੀਂ ਸਟੈਂਡ ਲੈਣਾ ਕੀ ਹੈ। ਜੇ ਕਹਿੰਦੇ ਹੋ ਕਾਂਗਰਸ ਦੇ ਦੋਹਰੇ ਮਾਪਦੰਡ ਹੈ ਤੇ ਉਹੀ ਪਾਰਟੀ ਤੋਂ ਤੁਹਾਡੇ ਸੁਪਰੀਮੋ ਸਮਰਥਨ ਮੰਗ ਲੈਂਦੇ ਹੈ ਤੇ ਤੁਹਾਨੂੰ ਆਪਦੇ ਸੁਪਰੀਮੋ ਨੂੰ ਕੰਡੈਮ ਕਰਨਾ ਚਾਹੀਦਾ ਤੇ ਧਵਨ ਸਾਹਿਬ ਇਹ ਡਿਬੇਟ ਦੇ ਵਿੱਚ ਕਹਿਣ ਵੀ ਅਸੀਂ ਸਮਰਥਨ ਜਿਹੜਾ ਤੁਹਾਡੇ ਤੋਂ ਮੰਗਿਆ ਸੀ ਨਾ, ਵਾਰ-ਵਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ, ਉਹ ਅਸੀਂ ਸਮਰਥਨ ਵਾਪਸ ਲੈਣੇ ਆ ਤੇ ਸਾਡੇ ਸੁਪਰੀਮੋ ਨੇ ਗਲਤੀ ਕੀਤੀ। ਆਲਰੇਡੀ ਮੈਂ ਕੁਐਸਚਨ ਕਰ ਚੁੱਕਾ। ਮੇਰਾ ਲਾਸਟ ਪੁਆਇੰਟ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਗਵਰਨਰ ਸਾਹਿਬ ਨਾਲ ਇਸ ਕਰਕੇ ਤਾਂ ਨਹੀਂ ਟਸਲ ਦੇ ਵਿੱਚ, ਕਿਉਂਕਿ ਦਿੱਲੀ ਦੇ ਵਿੱਚ ਤੁਹਾਨੂੰ ਯਾਦ ਹੈ ਲਿਕਰ ਪਾਲਿਸੀ ਤੇ ਗਵਰਨਰ ਸਾਹਿਬ ਨੇ ਸਵਾਲਾਤ ਖੜੇ ਕੀਤੇ ਸੀਗੇ ਕੁਝ, ਜੀ ਤੋਂ ਬਾਅਦ ਇਹਨਾਂ ਦੇ ਮਿਨਿਸਟਰਸ ਤੇ ਕੇਸ ਵੀ ਹੋਏ, ਇਹਨਾਂ ਦੇ ਮਿਨਿਸਟਰ ਜੇਲ੍ਹ ਦੇ ਵਿੱਚ ਵੀ ਗਏ ਤੇ ਪੰਜਾਬ ਦੇ ਵਿੱਚ ਕਟਾਰੂ ਚੱਕ ਸਾਹਿਬ ਤੇ ਜਿਹੜਾ ਇਸ਼ੂ ਖੜਾ ਹੋਇਆ ਹੈ ਗਵਰਨਰ ਸਾਹਿਬ ਨੇ ਵੀ ਖੱਤ ਲਿਖਿਆ, ਕਦੇ ਇਹਦੇ ਕਰਕੇ ਨਾ ਹੀ ਤੁਸੀਂ ਉਧਰ ਵੀ ਮੈਂ ਇਸ ਵਾਲੇ ਨਾਲ ਡਿਬੇਟ ਸਮਾਪਤ ਕਰਾਂਗੇ। ਪ੍ਰਸਮਜੀਤ ਸਿੰਘ, ਠੀਕ ਪ੍ਰਸਮਜੀਤ ਸਿੰਘ, ਇਹ ਝਗੜਾ ਅਸਲ ਵਿੱਚ ਹੈ ਕਿਉਂ ਸਰ? ਲਾਸਟ ਕਮੈਂਟ ਪ੍ਰਸਮਜੀਤ ਸਿੰਘ। ਦੇਖੋ ਝਗੜਾ ਜਿਸ ਤਰ੍ਹਾਂ ਤੁਸੀਂ ਨਾ ਪੁਆਇੰਟ ਰੇਜ਼ ਕੀਤਾ ਆ, ਦਿੱਲੀ ਦੇ ਇਨਵੋਲਵਡ ਹੈਗੀ ਆ, ਦੋਹੀਂ ਸਾਈਡ ਤੇ ਇਨਵੋਲਵਡ ਹੈਗੀ ਆ। ਇਹ ਅਸਲ 'ਚ ਇੱਥੇ ਬੈਠੇ ਅਸੀਂ ਦਿੱਲੀ ਦੀ ਲੜਾਈ ਲੜ ਰਹੇ ਆ, ਪੰਜਾਬ ਦੇ ਵਿੱਚੋਂ ਬਾਹਰ ਹੀ ਆ, ਮਾਈਨਸ ਹੀ ਆ। ਇਸ ਲਈ ਅਸੀਂ ਸ਼ੁਰੂ ਤੋਂ ਕਹਿੰਦੇ ਆ ਕਿ ਭਗਵੰਤ ਮਾਨ ਦੀ ਕੋਈ ਕੰਪੀਟੈਂਸ ਤੇ ਸਵਾਲ ਨਹੀਂ ਕਰ ਰਹੇ, ਨਾ ਕੋਈ ਉਹਨਾਂ ਦੀ ਜਿਸ ਤਰੀਕੇ ਨਾਲ ਇੱਕ ਛਵੀ ਹੈਗੀ ਆ ਉਹਦੇ ਤੇ ਕੋਈ ਸਵਾਲ ਕਰ ਰਹੇ। ਪਰ ਕੰਮ ਜੇ ਤੁਸੀਂ ਕਰੋਗੇ ਨਹੀਂ ਤੇ ਰੌਲਾ ਜ਼ਿਆਦਾ ਪਾਈ ਜਾਓਗੇ ਤੇ ਇੱਕ ਦਿੱਲੀ ਵਾਲੀ ਭਾਸ਼ਾ ਜਾਂ ਉਸ ਵਾਲੇ ਪੋਲਿਟਿਕਸ ਦੇ ਵਿੱਚ ਟਰੈਪ ਹੋ ਜਾਓਗੇ ਤੇ ਫਿਰ ਤੁਸੀਂ ਪੰਜਾਬ ਲਈ ਨਹੀਂ ਕੁਝ ਕਰ ਸਕਦੇ। ਮੈਨੂੰ ਨਹੀਂ ਪਤਾ ਆਪਣੇ ਲਈ ਕੁਝ ਕਰ ਪਾਓਗੇ ਕਿ ਨਹੀਂ। ਜਿੱਥੇ ਤੱਕ ਗਵਰਨਰ ਦਾ ਸਵਾਲ ਹੈ ਨਾ, ਤੁਸੀਂ ਬਿਲਕੁਲ ਇਹਨਾਂ ਦੀਆਂ ਸਟਿੰਗਸ ਵੀ ਦਿੱਲੀ ਹੁੰਦੀਆਂ ਆ, ਇਹ ਤੇ ਪਤਾ ਹੀ ਆ। ਇਸੇ ਕਰਕੇ ਗਵਰਨਰ ਦੀ ਪੋਸਟ ਅੰਗਰੇਜ਼ਾਂ ਨੇ ਬਣਾਈ, ਉਦੋਂ ਤੋਂ ਚੱਲੀ ਆਉਂਦੀ ਆ। ਇਹ ਚਲੋ ਅਲੱਗ ਕੰਟਰੋਵਰਸੀ ਆ, ਪਰ ਫਿਰ ਵੀ ਕਿਉਂਕਿ ਇਹ ਸੰਵਿਧਾਨਕ ਕੋਈ ਚੀਜ਼ ਹੈ, ਸੰਵਿਧਾਨ ਨੂੰ ਸਹੁੰ ਖਾ ਗਈ ਤੇ ਅਸੀਂ ਸਰਕਾਰਾਂ ਦੇ ਵਿੱਚ ਮਿਨਿਸਟਰੀਆਂ ਅਹੁਦੇਦਾਰ ਇਹੋ ਹੀ ਗਵਰਨਰ ਉਦੋਂ ਚੀਫ ਮਿਨਿਸਟਰ ਨੂੰ ਸਹੁੰ ਚੁਕਾਉਂਦਾ ਆ ਤੇ ਉਦੋਂ ਤੇ ਬੜੇ ਆਰਾਮ ਨਾਲ ਚੁੱਕ ਲਈ ਨੇ, ਬਾਅਦ ਚ ਤੂੰ ਤੜਕ। ਇਹ ਗੱਲਾਂ ਠੀਕ ਨਹੀਂ ਹੈਗੀਆਂ। ਤੁਹਾਡੇ 100 ਡਿਫਰੈਂਸ ਹੋਣ, ਮੈਂ ਹੁਣ ਮੋਦੀ ਜੀ ਦੀ ਪੋਲਿਟਿਕਸ ਨਾਲ ਸਾਡੇ 100 ਡਿਫਰੈਂਸ ਆ, ਪਰ ਮੈਂ ਉਹਨਾਂ ਨੂੰ ਇਹ ਕਿਹੜੇ ਮੂੰਹ ਨਾਲ ਕਹਿਦਾ ਯਾਰ ਇਹ ਚੌਥੀ ਪੜਿਆ,
ਇਹ ਤੇ ਖੁਦ ਚਵੰਨੀ ਛਾਪ ਗੱਲਾਂ Sure. ਇੱਥੇ ਪੋਲਿਟਿਕਸ ਨੂੰ ਇੰਨੇ ਥੱਲੇ ਨਹੀਂ ਲੈ ਕੇ ਜਾਓ ਤਾਂ ਕਿ ਲੋਕ ਤੁਹਾਨੂੰ ਸੁਣਦੇ, ਲੋਕ ਤੁਹਾਡੇ ਤੱਕ ਕੀ ਇੰਪ੍ਰੈਸ਼ਨ ਚਲੋ ਲੈਣਗੇ, ਠੀਕ ਹੈ ਐਕਸਪੈਕਟ ਪ੍ਰਣਵ ਤਾਂ ਲਾਸਟ ਕੁਐਸਚਨ ਕਰ ਰਿਹਾ ਮੈਂ। ਕਾਂਗਰਸ ਇਹ ਸਵਾਲ ਕਰ ਰਹੀ ਹੈ ਇਹ ਦਿੱਲੀ ਦੇ ਐਕਸਾਈਜ਼ ਵਾਲਾ ਮਾਮਲਾ ਤਾਂ ਨਹੀਂ ਜਿਹੜਾ ਤੁਸੀਂ ਕੇਂਦਰ ਸਰਕਾਰ ਦੇ ਉੱਤੇ ਅਟੈਕ ਕਿੱਡਾ ਵੱਡਾ ਕਰ ਦਿੱਤਾ ਹੈ, ਤੇ ਜਾਂ ਤੁਹਾਡੇ ਕੈਬਨਿਟ ਮੰਤਰੀ ਦਾ ਇੱਥੋਂ ਦਾ ਮਾਮਲਾ ਤਾਂ ਨਹੀਂ ਜਿਹੜਾ ਤੁਸੀਂ ਵਾਰ-ਵਾਰ ਗਵਰਨਰ ਨੂੰ ਕਟਹਿਰੇ 'ਚ ਖੜਾ ਕਰ ਰਹੇ ਹੋ। ਦੋ ਸਵਾਲ ਕਰ ਰਹੀ ਹੈ ਕਾਂਗਰਸ। केपी जी मेरी आवाज आ रही है? ਆਵਾਜ਼ ਆ ਰਹੀ ਹੈ, ਕਿਰਪਾ ਕਰਕੇ 30 ਸੈਕਿੰਡ ਵਿੱਚ ਗੱਲ ਖਤਮ ਕਰਿਓ, ਮੈਂ ਡਿਬੇਟ ਸਮਾਪਤ ਕਰਾਂਗਾ। ਮੈਂ ਕਾਂਗਰਸ ਦੀ ਗੱਲ ਦਾ ਜਵਾਬ ਦੇ ਦੇਣਾ। ਕਾਂਗਰਸ ਦੇ ਬੁਲਾਰੇ ਨੇ ਸ਼ਾਇਦ ਮੇਰੀ ਗੱਲ ਧਿਆਨ ਨਾਲ ਨਹੀਂ ਸੁਣੀ। ਅਸੀਂ ਕਿਹਾ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਕਿਸੇ ਵੀ ਵਿਰੋਧੀ ਦੇ ਅਗਰ ਦਰਵਾਜ਼ੇ ਤੇ ਜਾਣਾ ਪਏਗਾ ਅਸੀਂ ਜਾਵਾਂਗੇ। ਔਰ ਕਾਂਗਰਸ 21 ਸਿੱਕੇ ਦੇ ਦੋ ਪਹਿਲੂ ਹੈ। ਇਹ ਆਪ ਦੇ ਲੀਡਰਾਂ ਨੂੰ ਕਹਿ ਰਹੇ ਨੇ ਕਿ ਉਹ ਗਲਤ ਸੀਗੇ। ਕਾਂਗਰਸ ਨੇ ਵੀ ਗਵਰਨਰ ਸਾਹਿਬ ਨੂੰ ਕਿਹਾ, ਇਹਨਾਂ ਨੇ ਸੂਬਿਆਂ ਦੀ ਗੱਲ ਕੀਤੀ। ਝਾਰਖੰਡ, ਛੱਤੀਸਗੜ੍ਹ ਕਿਹਦੀ ਸਰਕਾਰ ਹੈ? ਕਾਂਗਰਸ ਦੀ ਸਰਕਾਰ। ਔਰ ਹਮੇਸ਼ਾ ਹੀ ਲਾਚਨ ਲਾਂਦੀ ਆਈ ਕਿ ਗਵਰਨਰ ਹਮੇਸ਼ਾ ਸੂਬੇ ਦੀ ਸਰਕਾਰਾਂ ਨਾਲ ਗਲਤ ਕੰਮ ਕਰ ਰਹੇ ਨੇ। ਇਸਮੇ ਨਾਚ ਨਾ ਜਾਣੇ ਆਂਗਣ ਟੇੜਾ। ਜਿਹੜੇ ਕਾਂਗਰਸ ਦੇ ਬੁਲਾਰੇ ਨੇ ਇਹਨਾਂ ਨੂੰ ਸ਼ਾਇਦ ਆਪਦੇ ਹੀ ਲੀਡਰਾਂ ਦਾ ਬਿਆਨ ਨਹੀਂ ਪਤਾ। ਮੈਂ ਸਮਝਦਾ ਇਹਨਾਂ ਨੂੰ YouTube ਤੇ ਜਾ ਕੇ ਪਹਿਲੇ ਆਪਣੇ ਲੀਡਰਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਦੂਜੇ ਤੇ ਸਵਾਲ ਤਾਂ ਖੜੇ ਕਰਨੇ ਚਾਹੀਦੇ ਹੈ। ਔਰ ਹੁਣ ਗੱਲ ਰਹੀ ਜਿਹੜੀ ਗੱਲ ਕਰ ਰਹੇ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਨਹੀਂ ਇੱਕ ਮਿੰਟ, ਕਾਂਗਰਸ ਦਾ ਸਵਾਲ ਸੀ ਐਕਸਾਈਜ਼ ਵਾਲਾ ਤੇ ਤੁਹਾਡੇ ਕੈਬਨਿਟ ਮੰਤਰੀ ਦਾ ਇੱਥੋਂ ਦਾ, ਉਹਦਾ ਜਵਾਬ ਦੇਣਾ ਚਾਹੁੰਦੇ ਹੋ? ਦੇਖੋ ਮੈਂ ਉਹਦਾ ਜਵਾਬ ਦੇ ਦੇਣਾ। ਉਹਦੇ ਤੇ ਇਨਕੁਆਇਰੀ ਚੱਲ ਰਹੀ ਹੈ, ਉਹਦੀ ਜਵਾਬਦਾਰੀ ਸਾਡੀ ਹੈ। ਜੇ NIA ਦੀ ਟੀਮਾਂ ਪੰਜਾਬ ਵਿੱਚ ਆ ਸਕਦੀਆਂ ਨੇ ਤੇ ਹੋਰ ਇਨਕੁਆਇਰੀ ਕਿਆ ਨਹੀਂ ਕਰ ਸਕਦੀ ਭਾਜਪਾ ਦੀ ਸਰਕਾਰ? ਸੋ ਇਸ ਗੱਲ ਤੇ ਸਾਡੀ ਬਿਲਕੁਲ ਅਸੀਂ ਸੰਵਿਧਾਨ ਦੇ ਨਾਲ ਆ। ਜੇ ਕੋਈ ਗਲਤ ਹੋਏਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਔਰ ਅੱਜ ਜੇ ਮੈਂ ਗੱਲ ਕਰਾਂ ਇਸੇ ਕਰਕੇ ਦੋ ਮੁੱਖ ਮੰਤਰੀ ਪਿਛਲੇ ਗਵਰਨਰ ਸਾਹਿਬ ਕਹਿੰਦੇ ਆ 10 ਚਿੱਠੀਆਂ, ਗਵਰਨਰ ਸਾਹਿਬ ਕਹਿੰਦੇ ਪ੍ਰਣਵ ਜੀ 10 ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਮੈਨੂੰ। ਦੇਖੋ ਗਵਰਨਰ ਸਾਹਿਬ ਕੀ ਕਰ ਰਹੇ ਹੈ? ਪਿੱਛ ਤੋਂ ਛੁਰਾ ਮਾਰਨ ਦਾ ਕੰਮ ਕਰ ਰਹੇ। ਗਵਰਨਰ ਸਾਹਿਬ ਦਾ ਕੰਮ ਹੈ ਜੋ ਕਾਉਂਸਲ ਆਫ ਮਿਨਿਸਟਰ ਜੋ ਅੱਜ ਤੈਅ ਕਰਦਾ ਹੈ, ਜੋ ਕੋਈ ਡਿਸੀਜਨ ਲੈਂਦਾ ਉੱਤੇ ਐਡਵਾਈਸ ਦੇਣ, ਨਾ ਕਿ ਨੁਕਤਾਚੀਨੀ ਕਰਨ। ਉਹ ਨੁਕਤਾਚੀਨੀ ਕਰਨ ਦਾ ਕੰਮ ਕਰ ਰਿਹਾ ਹੈ, ਨਾ ਕਿ ਪੰਜਾਬ ਦੇ ਲੋਕਾਂ ਲਈ। ਜੇ ਮੈਂ ਗੱਲ ਕਰਾਂ ਜੋ ਅਸੀਂ ਚੰਗੇ ਗਵਰਨਰ ਸਾਹਿਬ ਜੇ ਨੁਕਤਾਚੀਨੀ ਕਰਦੇ ਪ੍ਰਣਵ ਤਾਂ ਗਵਰਨਰ ਸਾਹਿਬ ਜੇ ਨੁਕਤਾਚੀਨੀ ਕਰਦੇ ਆ ਅਸੰਵਿਧਾਨਿਕ ਆਹੋ ਬਿਲकुल असंवैधानिक है। चलो बहुत बहुत धन्यवाद प्रणव, बहुत धन्यवाद। मेरे को वक्त नहीं है। खड़ियाल साहब बहुत धन्यवाद, वैसम जी से बहुत धन्यवाद, मैडम सोल बहुत धन्यवाद, लोकेश नाल बहुत धन्यवाद। अखीर में मैं दो स्पोक्सपर्सन वक्त नहीं दे सकिया। मेरी सरकार से झगड़ा क्यों है? ये स्टूडियो में भी झगड़ा पै जाता है, पर सवाल बहुत सारे है। सवाल है भाषा की मर्यादा का ध्यान रखना, संविधान की मर्यादा ध्यान रखना, कौन रख रहा कौन नहीं रख रहा, सवाल तुहाडे सामने पे है। बहुत धन्यवाद।